जो जियों जाने तिस अंतर रवे हर नाम बाणी गुरु गुरु है बाणी विच बाणी अमृत सारे गुर बाणी कहे सेवक जन माने पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए। एक ओंकार सतगुर प्रसाद राग श्री राग महला पहला कर पहला मोती ता मंदर ऊसर रतनी ताहो है जड़ाओ कस्तूर कुंगु अगर चंदन लीप आवे चाओ मत देख भूला विसर तेरा चित ना आवे नाओ हर बिन जियो जल बल जाओ मैं अपना गुर पूछ देखिया अवर नाही थाओ रहाओ तरती आहिरे लाल जड़ती पलंग लाल जड़ाओ मोहनी मुख मणि सोहम करे रंग पसाओ मत देख भूला विसर तेरा चित ना आवे नाम सिद्ध होवा सिद्ध लाइम रिद आखा आओ गुपत परगट होए बैसाम लोक राख पाओ
ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਉ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਉ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ, ਰਾਗ ਸ਼੍ਰੀ ਰਾਗ, ਮਹੱਲਾ ਪਹਿਲਾ, ਘਰ ਪਹਿਲਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ 31 ਰਾਗਾਂ ਦੇ ਵਿੱਚ ਬਾਣੀ ਦਰਜ ਹੈ। ਸ਼੍ਰੀ ਰਾਗ ਇਹ ਪਹਿਲਾ ਰਾਗ ਹੈ। ਪਹਿਲੇ ਰਾਗ ਦਾ ਪਹਿਲਾ ਸ਼ਬਦ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਸੇ ਦੀ ਹੀ ਵਿਚਾਰ ਕਥਾ ਅੱਜ ਆਪ ਜੀ ਸਰਵਣ ਕਰੋਗੇ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 14 ਅੰਗ ਤੇ ਦਰਜ ਹੈ। ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਵੀ ਅਸੀਂ ਜ਼ਿੰਦਗੀ ਵਿੱਚ ਪਾਉਣਾ, ਬਣਨਾ, ਪ੍ਰਾਪਤ ਕਰਨਾ ਚਾਹੁੰਦੇ ਹਾਂ, ਸਾਰਿਆਂ ਦਾ ਜ਼ਿਕਰ ਕਰਕੇ ਸਾਨੂੰ ਸਿਧਾਂਤ ਜੋ ਗੁਰਮਤਿ ਹੈ ਉਹ ਦ੍ਰਿੜ ਕਰਾਈ ਹੈ ਕਿ ਇਨਸਾਨ ਤੇਰੇ ਕੋਲ ਭਾਵੇਂ ਸਭ ਕੁਝ ਹੋਵੇ, ਪਰ ਤੂੰ ਹਮੇਸ਼ਾ ਇੱਕ ਬੇਨਤੀ ਕਰੀ ਕਿ ਮੈਨੂੰ ਪਰਮਾਤਮਾ ਭੁੱਲੇ ਨਾ, ਵਿਸਰੇ ਨਾ। ਅੱਜ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। 9 ਤਰੀਕ ਮੀਰੀ ਪੀਰੀ ਦਿਵਸ ਹੈ। ਇਸ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੈ। ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 22 ਤਰੀਕ ਨੂੰ ਹੈ। ਇਸੇ ਹੀ ਉਪਲਕਸ਼ ਵਿੱਚ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਬੰਗਲਾ ਸਾਹਿਬ ਦਾ ਸਭ ਤੋਂ ਵੱਡਾ ਜੋ ਗੁਰਪੁਰਬ ਹੈ, ਜੋ ਇਸ ਅਸਥਾਨ ਤੇ ਦੁਨੀਆ ਭਰ ਦੇ ਸਿੱਖ ਆ ਕੇ ਮਨਾਉਂਦੇ ਨੇ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਹੀ ਪ੍ਰਕਾਸ਼ ਗੁਰਪੁਰਬ ਹੈ। ਸਾਰੇ ਗੁਰੂ ਸਾਹਿਬਾਨਾਂ ਦੇ ਪਾਵਨ ਪਵਿੱਤਰ ਗੁਰਪੁਰਬ ਜਦੋਂ ਇਸ ਸਥਾਨ ਤੇ ਮਨਾਏ ਜਾਂਦੇ ਹਨ, ਸੰਗਤ ਦਾ ਇੱਕ ਆਪਣਾ ਜਲਾਓ ਹੁੰਦਾ ਹੈ। ਪਰ ਇਸ ਵਾਰੀ ਵਿਸ਼ੇਸ਼ ਯਤਨ ਕੀਤਾ ਜਾ ਰਿਹਾ ਹੈ ਕਿ ਸਰੋਵਰ ਦੇ ਕਿਨਾਰੇ ਵੀ ਕੀਰਤਨ ਦਰਬਾਰ ਹੋਵੇ, ਜੋ ਕਈ ਸਾਲ ਪਹਿਲਾਂ ਹੁੰਦਾ ਸੀ, ਤਾਂ ਕਿ ਸੰਗਤਾਂ
ਹੋਰ ਉਤਸ਼ਾਹ ਦੇ ਨਾਲ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੀ ਪਾਤਰ ਬਣ ਸਕਣ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਮੇਰਾ ਲੰਗਰ ਤੇਰਾ ਲੰਗਰ ਛੱਡ ਕੇ ਆਓ ਗੁਰੂ ਕੇ ਲੰਗਰ ਵਿੱਚ ਇਤਨੇ ਪਦਾਰਥ ਬਣਾਈਏ ਕਿ ਦੁਨੀਆ ਵਿੱਚ ਸੁਨੇਹਾ ਜਾਏ ਕਿ ਮਹਾਰਾਜ ਦੇ ਪਾਵਨ ਗੁਰਪੁਰਬ 'ਤੇ ਗਏ ਸਨ। ਸੱਚਮੁੱਚ ਉੱਥੇ 36 ਪ੍ਰਕਾਰ ਦੀਆਂ ਨਿਆਮਤਾਂ ਸਨ। ਬਜਾਏ ਕਿ ਆਪਾਂ ਸੜਕਾਂ 'ਤੇ ਖਲਾਰਾ ਪਾਈਏ, ਲੋਕਾਂ ਦੇ ਰਸਤੇ ਰੋਕੀਏ, ਪੱਤਰਾਂ ਖਿਲਾਰੀਏ ਔਰ ਚੰਗੇ ਭਲੇ ਸਿੱਖਾਂ ਨੂੰ ਮੰਗਤੇ ਬਣਾ ਕੇ ਕਹੀਏ ਵੀ ਸਾਡੇ ਕੋਲੋਂ ਇੱਕ ਇੱਕ ਦੋ ਦੋ ਪਕੌੜੇ ਲੈ ਲਓ, ਆਪਾਂ ਇਸ ਗੱਲ ਨੂੰ ਸ਼ੁਰੂ ਕਰੀਏ ਕਿ ਲੰਗਰ ਕੇਵਲ ਗੁਰੂ ਦਾ ਹੁੰਦਾ, ਨਾ ਮੇਰਾ ਹੁੰਦਾ ਨਾ ਤੇਰਾ ਹੁੰਦਾ। ਸੋ ਇਹਦੇ ਵਿੱਚ ਆਪ ਜੀ ਜ਼ਰੂਰ ਆਪਣੇ ਪਰਿਵਾਰ ਦੀ ਸੇਵਾ ਲਵੋ। ਬਹੁਤ ਸਾਰੇ ਪ੍ਰੋਗਰਾਮ ਹੋਣੇ ਹਨ। ਸਾਨੂੰ ਆਪਣੇ ਜਨਮ ਦਿਨ, ਆਪਣੇ ਬੱਚਿਆਂ ਦੇ ਜਨਮ ਦਿਨ, ਆਪਣੇ ਵਿਆਹ ਦੀਆਂ ਸਾਲਗਿਰਾ, ਆਪਣੇ ਬਜ਼ੁਰਗਾਂ ਦੀਆਂ ਬਰਸੀਆਂ ਮਨਾਉਣ ਨਾਲੋਂ ਗੁਰੂਆਂ ਦੇ ਗੁਰਪੁਰਬ ਮਨਾਉਣੇ ਚਾਹੀਦੇ ਹਨ। ਮਹਾਨ ਪੁਰਬ ਮਨਾਉਣੇ ਚਾਹੀਦੇ ਹਨ। ਮਹਾਨ ਗੁਰਸਿੱਖਾਂ ਦੇ ਸ਼ਹੀਦਾਂ ਦੇ ਦਿਨ ਮਨਾਉਣੇ ਚਾਹੀਦੇ ਹਨ। ਗੁਰੂ ਪਾਤਸ਼ਾਹ ਜੀ ਦੀਆਂ ਬਹੁਤੀਆਂ ਰਹਿਮਤਾਂ ਦੇ ਆਪਾਂ ਪਾਤਰ ਬਣਾਂਗੇ। ਅੱਜ ਗੁਰਬਾਣੀ ਸਿੱਖ ਵਿਰਸਾ ਸੰਭਾਲ ਸੰਸਥਾ ਵੱਲੋਂ 9 ਵਜੇ ਤੋਂ ਲੈ ਕੇ 2:30 ਵਜੇ ਤੱਕ ਸਮਾਗਮ ਹੋਵੇਗਾ ਔਰ 5 ਤਰੀਕ ਨੂੰ ਬੜੂ ਸਾਹਿਬ ਸੰਸਥਾ ਵੱਲੋਂ ਵੀ ਸਾਰੇ ਦਿਨ ਦੇ ਇਸ ਸਥਾਨ 'ਤੇ ਸਮਾਗਮ ਹੋਣੇ ਹਨ। ਸੰਤ ਬਾਬਾ ਤੇਜਾ ਸਿੰਘ ਜੀ ਦੀ ਯਾਦ ਵਿੱਚ ਆਪ ਜੀ ਜ਼ਰੂਰ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋ ਜੁਗ ਅਟਲ, परम सन्मान योग परम सत्कार योग चवर छतर तकत के मालिक, साहिबे कबाल साहिबे बरकत साहिबे कमाल, मुर्शदे कामल कामले रहबर, रोशने चिराग नूरे नज़र, पीरां दे पीर बाबियां दे बाबे जोगियां दे जोगी नाथां दे नाथ, रहबरां दे रहबर गुरुआं दे गुरु, धन धन पिता ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ 8ਵੇਂ ਪਾਤਸ਼ਾਹ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ तो गुरु की कथा सुन रही सम्मानयोग साध संगत जीओ, गुरु की बख्शी फतेह बुलाओ। वाहिगुरु जी का खालसा, वाहिगुरु जी की फतेह। भागां वालेओ, इस महान स्थान तक पुज गए हो। छुट्टी दा दिन है, भावें सामने हॉल भरिया है, पर जिथे भी जगह मिले कुछ समा टिक के जरूर बैठो। गुरुद्वारे होए सोझी पाए सी। गुरुद्वारे आउण दा मतलब ही ये है कि गुरु नूं सुनना, समझना ते समा जाना। जो गुरु कह रहा है
ਉਹੋ ਜਿਹਾ ਬਣਨ ਦਾ ਯਤਨ ਕਰਨਾ ਵਡਭਾਗੀ ਇਸ ਕਰਕੇ ਹੋ ਕਿ ਇੱਥੇ ਪੁੱਜ ਗਏ ਹੋ। ਪਰ ਭਾਗਾਂ ਵਾਲੇ ਵਡਭਾਗੀ ਤਾਂ ਬਣੋਗੇ, ਵਡਭਾਗੀ ਹਰ ਸੰਗਤ ਪਾਵੈ। ਨਹੀਂ ਤੇ ਭਾਗਹੀਣ ਬ੍ਰਹਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਓ। ਇਕਾਗਰਤਾ ਤੁਹਾਡੀ ਬਹੁਤ ਮਿਲ ਰਹੀ ਹੈ, ਫਿਰ ਵੀ ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ। ਮਨ ਪਰਦੇਸੀ ਵੇ ਪਿਆਰੇ, ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਸ੍ਰੀ ਰਾਗ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਗਈ ਹੈ, ਸਿਰਮੌਰ ਰਾਗ ਕਿਹਾ ਗਿਆ ਹੈ। ਇਸ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਬਚਨ ਕਹੇ ਨੇ, ਉਹਨਾਂ ਨੂੰ ਪਹਿਲੇ ਘਰ ਵਿੱਚ ਰਾਗ ਅਨੁਸਾਰ ਗਾਉਣ ਦੀ ਹਿਦਾਇਤ ਦਿੱਤੀ ਗਈ ਹੈ। ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਏ ਜੜਾਉ। ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਾਲਕ ਵਾਹਿਗੁਰੂ ਕਹਿੰਦੇ ਨੇ ਕਿ ਐ ਨਾਨਕ ਤੈਨੂੰ ਇਹ ਕੁਛ ਦੇ ਦਿਆਂ, ਤੈਨੂੰ ਇਹ ਕੁਛ ਮਿਲ ਸਕਦਾ ਹੈ। ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਏ ਜੜਾਉ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਇਹੋ ਜਿਹਾ ਮਹਿਲ ਤੈਨੂੰ ਦੇ ਦਿਆਂ ਜਿਹਦੇ 'ਚ ਮੋਤੀ ਜੜੇ ਹੋਣ, ਰਤਨ ਜੜੇ ਹੋਣ ਤੇ ਖੁਸ਼ਬੂਆਂ ਹੋਣ, ਕੇਸਰ ਦੀਆਂ, ਚੰਦਨ ਦੀਆਂ। ਉਹ ਲੇਪ ਲਾਇਆ ਜਾਵੇ, ਹਰ ਪਾਸੇ ਉਹ ਮਹਿਲ ਮਹਿਕ ਰਿਹਾ ਹੋਵੇ, ਇਹ ਕੁਝ ਤੈਨੂੰ ਮਿਲ ਜਾਵੇ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨਹੀਂ, ਮੈਨੂੰ ਨਹੀਂ ਚਾਹੀਦਾ। ਕਿਉਂ ਨਹੀਂ ਚਾਹੀਦਾ? ਮਤ ਦੇਖ ਭੂਲਾਂ ਵਿਸਰਹਿ, ਤੇਰਾ ਚਿੱਤ ਨਾ ਆਵੈ ਨਾਉ। ਮਤਾਂ ਕਿਤੇ ਮੈਂ ਇਹ ਐਸ਼ ਇਸ਼ਰਤ ਦਾ ਸਮਾਨ ਵੇਖ ਕੇ ਤੈਨੂੰ ਭੁੱਲ ਨਾ ਜਾਵਾਂ, ਤੈਨੂੰ ਭੁੱਲ ਨਾ ਜਾਵਾਂ। ਇਹੀ ਤੇ ਹੋਇਆ ਸੀ ਨਾ ਰਾਮ ਰਾਏ ਨਾਲ, ਜਦ ਗੁਰੂ ਹਰਿਰਾਏ ਸਾਹਿਬ ਸਤਿਗੁਰੂ ਨੇ ਔਰੰਗਜ਼ੇਬ ਦੇ ਬੁਲਾਵੇ ਤੇ ਭੇਜਿਆ ਸੀ ਤੇ ਕਿਹਾ ਸੀ ਸੱਚ ਤੇ ਟਿਕਣਾ ਹੈ। ਤੇਰੀ ਰਸਨਾ ਉੱਤੇ ਵਾਹਿਗੁਰੂ ਵਸੇਗਾ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਜਦ ਤੱਕ ਤੂੰ ਸੱਚ ਤੇ ਟਿਕੇਗਾ ਤੇ ਗੁਰੂ ਦੀ ਕਿਰਪਾ ਤੇਰੇ ਉੱਤੇ ਰਹੇਗੀ। ਪਰ ਜਦ ਆਇਆ ਔਰੰਗਜ਼ੇਬ ਨੇ ਆਪਣੇ ਨਾਲ ਸਿੰਘਾਸਨ ਤੇ ਬਿਠਾਇਆ, ਮਹਿਲਾਂ ਦੇ ਵਿੱਚ ਉਹ ਐਸ਼ ਇਸ਼ਰਤ ਦੇ ਸਾਮਾਨ ਦਿੱਤੇ, ਇਤਨਾ ਕੁਝ ਵਿਖਾਇਆ ਕਿ ਭੁੱਲ ਗਿਆ। ਤੇ ਭੁੱਲ ਗਿਆ ਤੇ ਬਾਣੀ ਵੀ ਬਦਲ ਕੇ ਰੱਖ ਦਿੱਤੀ। ਤਾਂ ਹੀ ਤਾਂ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ, ਵੱਡ ਐਸ਼ ਵਰਜ ਹੇਠ ਕਰ ਫੂਲਾ, ਸਤਿਗੁਰ ਆਸ਼ਾ ਉਰਤੇ ਭੂਲਾ। ਤੂੰ ਐਸ਼ੋ ਇਸ਼ਰਤ ਦੇ ਸਮਾਨ ਵੇਖ ਕੇ ਭੁੱਲ ਗਿਆ। ਗੁਰੂ ਦੇ ਉਸ ਸੰਦੇਸ਼ ਨੂੰ, ਗੁਰੂ ਦੇ ਸਿਧਾਂਤ ਨੂੰ ਹੀ ਤੂੰ ਵੇਚ ਦਿੱਤਾ ਹੈ। ਆਪ ਰਹੋ ਤੁਰ ਕੇ ਸ਼ਰਮਾਹੀ, ਅਬ ਹਮਰੇ ਮੁਖ ਲਾਗੋ ਨਾਹੀ। ਹੁਣ ਤੂੰ ਉੱਥੇ ਹੀ ਰਹਿ, ਹੁਣ ਤੂੰ ਆ ਕੇ ਵਾਪਸ ਮੂੰਹ ਨਹੀਂ ਵਿਖਾਉਣਾ। ਬੜੀ ਵੱਡੀ ਜੁਰਤ ਦਾ ਕੰਮ ਸੀ, ਕਿਉਂਕਿ ਪਿਤਾ ਤੇ ਗੁਰੂ ਹਰਿਰਾਏ ਸਾਹਿਬ ਵੀ ਸੀ। ਆਪਣੇ ਪੁੱਤਰ ਨੂੰ ਕਹਿ ਦੇਣਾ ਕਿ ਹਮੇਸ਼ਾ ਲਈ ਤੇਰਾ ਮੂੰਹ ਨਹੀਂ ਵੇਖਾਂਗਾ। ਮੈਨੂੰ ਘਟਨਾ ਚੇਤੇ ਆਈ, ਕਿਉਂਕਿ ਅਸੀਂ ਬੱਚਿਆਂ ਦਾ ਨਾ ਲਿਹਾਜ਼ ਕਰ ਜਾਂਦੇ ਹਾਂ। ਤਾਂ ਹੀ ਬੱਚੇ ਅੱਜ ਮਨਮਾਨੀਆਂ ਕਰਦੇ ਨੇ ਕਿ ਪਤਾ ਤੇ ਹੈ ਕਿ ਮਾਂ-ਬਾਪ ਇਮੋਸ਼ਨਲ ਬਲੈਕਮੇਲ ਹੋ ਜਾਣਗੇ, 2-4 ਦਿਨ ਡਾਂਟਣਗੇ, ਫਿਰ ਕੀ ਹੋਵੇਗਾ।
ਪਰ ਇੱਥੇ ਬੰਗਲਾ ਸਾਹਿਬ ਹੈਡ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਇੱਕ ਘਟਨਾ ਮੈਨੂੰ ਯਾਦ ਆਈ। ਇੱਕ ਭੈਣ ਜੀ ਤੇ ਸਿੰਘ ਸਾਹਿਬ ਰਹਿੰਦੇ ਨੇ ਹਰੀਨਗਰ, ਤੇ ਉਹ ਸ਼ਾਇਦ ਸਕੂਲ ਵਿੱਚ ਟੀਚਰ ਜਾਂ ਪ੍ਰਿੰਸੀਪਲ ਵੀ ਸੀ ਭੈਣ ਜੀ। ਇੱਕੋ ਇੱਕ ਪੁੱਤਰ ਉਹਨਾਂ ਦਾ, ਸ਼ਾਇਦ ਸੁਣ ਵੀ ਰਹੇ ਹੋਣ, ਇੱਕੋ ਇੱਕ ਉਹਨਾਂ ਦਾ ਪੁੱਤਰ ਪੜ੍ਹਾਈ ਕੀਤੀ ਤੇ ਅਗਲੀ ਪੜ੍ਹਾਈ ਲਈ ਬੰਬੇ ਚਲਾ ਗਿਆ। ਤੇ ਬੰਬੇ ਜਾ ਕੇ ਕੁਝ ਦੋਸਤਾਂ ਨਾਲ ਜਦ ਰੂਮ ਸ਼ੇਅਰ ਕਰਕੇ ਰਹਿਣ ਲੱਗਾ ਤੇ ਧੀਰੇ ਧੀਰੇ ਉਹਨਾਂ ਦਾ ਪ੍ਰਭਾਵ ਕਬੂਲ ਕਰ ਲਿਆ। ਉਹਨਾਂ ਨੇ ਕਹਿ ਦਿੱਤਾ ਕਿ ਬਾਬਾ ਬਣਿਆ ਹੋਇਆ, ਤੂੰ ਕੇਸ ਕਟਵਾ ਲੈ। ਅੰਮ੍ਰਿਤਧਾਰੀ ਬੱਚਾ, ਪਰ ਐਸਾ ਭੁਲੇਖੇ 'ਚ ਪਿਆ ਕਿ ਉਹਨੇ ਕੇਸ ਕਤਲ ਕਰਵਾ ਲਏ। ਉਹਨੇ ਉਹਨਾਂ ਮੁੰਡਿਆਂ ਨੂੰ ਕਿਹਾ ਸੀ ਕਿ ਮੇਰੇ ਮਾਂ-ਬਾਪ ਨਹੀਂ ਮੰਨਣਗੇ। ਉਹ ਕਹਿੰਦੇ ਮਾਂ-ਬਾਪ ਕੀ, ਮਾਂ-ਬਾਪ ਤੇਰੇ ਲਈ ਦਰਵਾਜ਼ੇ ਥੋੜ੍ਹੀ ਬੰਦ ਕਰ ਦੇਣਗੇ, ਇੱਕੋ ਇੱਕ ਤੇ ਬੱਚਾ ਹੈ ਤੂੰ। ਪਰ ਜਿਉਂ ਹੀ ਮਾਂ-ਬਾਪ ਨੂੰ ਪਤਾ ਲੱਗਾ, ਮਾਂ-ਬਾਪ ਨੇ ਕਿਹਾ ਕਿ ਹੁਣ ਤੂੰ ਸਾਡੇ ਵੱਲ ਨਹੀਂ ਆਉਣਾ ਹੈ, ਅੱਜ ਦਿਨ ਤੋਂ ਤੂੰ ਸਾਡਾ ਪੁੱਤਰ ਨਹੀਂ ਤੇ ਅਸੀਂ ਤੇਰੇ ਮਾਂ-ਬਾਪ ਨਹੀਂ। ਉਹ ਬੱਚੇ ਨੇ ਸੋਚਿਆ ਮਾਂ-ਬਾਪ ਨੇ ਥੋੜੇ ਦਿਨਾਂ 'ਚ ਗੁੱਸਾ ਖਤਮ ਹੋ ਜਾਵੇਗਾ। ਕੁਝ ਦਿਨਾਂ ਤੋਂ ਬਾਅਦ ਆਇਆ ਮਿਲਣ। ਜਿਸ ਤਰ੍ਹਾਂ ਹੀ ਪਤਾ ਲੱਗਾ ਕਿ ਮਿਲਣ ਆਇਆ ਤੇ ਮਾਂ-ਬਾਪ ਨੇ ਦਰਵਾਜ਼ਾ ਬੰਦ ਕਰ ਲਿਆ। ਜਦ ਦਰਵਾਜ਼ਾ ਬੰਦ ਕਰ ਲਿਆ, ਬੜਾ ਖੜਕਾਇਆ ਦਰਵਾਜ਼ਾ। ਸੋਚਿਆ ਕਿ ਸਮਾਜ ਬਰਾਦਰੀ ਵਿੱਚ ਕਿਤੇ ਨਿੰਦਾ ਨਾ ਹੋਵੇ, ਡਰ ਕੇ ਖੋਲ ਦੇਣਗੇ ਦਰਵਾਜ਼ਾ। ਪਰ ਬੜੀ ਮਿੰਨਤਾਂ ਤਰਲੇ ਕੀਤੇ, ਮਾਂ-ਬਾਪ ਨੇ ਕਹਿ ਦਿੱਤਾ ਦਰਵਾਜ਼ਾ ਉਸੇ ਦਿਨ ਖੁੱਲੇਗਾ ਜਿਸ ਦਿਨ ਦੁਬਾਰਾ ਤੂੰ ਅੰਮ੍ਰਿਤ ਛਕ ਕੇ ਤੇ ਸਿੱਖੀ ਸਰੂਪ ਵਿੱਚ ਆਵੇਂਗਾ। ਉਹ ਬੱਚਾ ਰੋਂਦਾ ਕੁਰਲਾਉਂਦਾ ਆਇਆ ਤੇ ਉਹਨੇ ਦੁਬਾਰਾ ਅੰਮ੍ਰਿਤ ਛਕਿਆ, ਸਿੱਖੀ ਸਰੂਪ ਵਿੱਚ ਆਇਆ, ਤਾਂ ਮਾਂ-ਬਾਪ ਨੇ ਉਹਦੇ ਲਈ ਘਰ ਦੇ ਦਰਵਾਜ਼ੇ ਖੋਲੇ। ਅੱਜ ਉਹ ਬੱਚਾ ਬੜਾ ਕਾਮਯਾਬ ਹੈ। ਹੁਣ ਕਾਰਨ ਕੀ ਕਿ ਬੱਚਿਆਂ ਨੂੰ ਐਸ਼ੋ ਇਸ਼ਰਤ ਦੇ ਸਮਾਨ ਇਤਨੇ ਦੇ ਦਿੰਦੇ ਹਾਂ, ਵੱਖਰੇ ਬੈਡਰੂਮ, ਲੈਪਟਾਪ, ਮਹਿੰਗੇ ਫੋਨ, ਗੱਡੀਆਂ, ਕਾਰਾਂ, ਤੇ ਬੱਚੇ ਅੱਜ ਮਾਂ-ਬਾਪ ਦੀ ਕਿੱਥੇ ਸੁਣਦੇ ਨੇ। ਜਿਹੜੇ ਮਾਂ-ਬਾਪ ਨੂੰ ਚੇਤੇ ਨਹੀਂ ਰੱਖਦੇ, ਵਾਹਿਗੁਰੂ ਨੂੰ ਚੇਤੇ ਕਿੱਥੇ ਰੱਖਣਗੇ। ਤਾਂ ਹੀ ਤਾਂ ਕਹਿ ਦਿੱਤਾ ਨਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਨੀ ਦੇਹ ਫਿਰਹਿ ਬਿਨ ਨਾਮ ਹੈ, ਉਹ ਖਪ ਖਪ ਮੋਏ ਕਰਾਂਝਾ। ਗੁਰੂ ਨਾਨਕ ਦੇਵ ਸਾਹਿਬ ਜੀ ਬੜੇ ਸੁਚੇਤ ਸਨ। ਇਹ ਉਪਦੇਸ਼ ਸਾਡੇ ਲਈ ਨੇ, ਇਹ ਪੂਰਨੇ ਸਾਡੇ ਲਈ ਪਾਏ ਨੇ ਸਤਿਗੁਰੂ ਨੇ। ਆਪ ਥੋੜਾ ਉਹ ਭੁੱਲੇ ਹੋਏ ਸੀ, ਪਰ ਦੇਖੋ ਕਹਿੰਦੇ ਨੇ ਮਤਾਂ ਕਿਤੇ ਮੈਂ ਭੁੱਲ ਨਾ ਜਾਵਾਂ। ਇਸ ਦਾ ਮਤਲਬ ਮਾਲਕ ਵਾਹਿਗੁਰੂ ਜੀ ਦਾ ਨਾਮ ਦੁਨੀਆ 'ਚ ਸਭ ਤੋਂ ਕੀਮਤੀ ਆ, ਸਭ ਤੋਂ ਉੱਪਰ ਹੈ। ਇਸੇ ਕਰਕੇ ਕਿਹਾ ਨਾ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਗ ਤ੍ਰਗ ਅਸਨੇਹੋ, ਨਾਮ ਬਿਨਾ ਜੋ ਪਹਿਰੇ ਖਾਏ, ਜੂ ਕੂਕਰ ਜੂਠਨ ਮਹਿ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸਿੰਗਾਰ। ਇਹ ਸ਼ਿੰਗਾਰ ਕਰਨਾ, ਅੱਜ ਸ਼ਿੰਗਾਰ ਦਾ ਵਪਾਰ ਬਹੁਤ ਮਹਿੰਗਾ ਹੋ ਗਿਆ ਹੈ। ਦਾਸ ਰਾਜੌਰੀ ਗਾਰਡਨ ਰਹਿੰਦਾ ਹੈ, ਮੈਂ ਹੈਰਾਨ ਹੁੰਦਾ, ਬਾਹਰ ਇਹ ਕੁਝ ਸਾਲਾਂ ਦੇ ਵਿੱਚ ਹੀ ਜੋ ਮੇਨ ਉਹ ਰੋਡ ਹੈ ਉਹਦੇ ਉੱਤੇ ਇਤਨੇ ਸ਼ੋਰੂਮ ਖੁੱਲ ਗਏ ਨੇ ਤੇ ਕਿਰਾਇਆ ਉਹਨਾਂ ਦਾ 2.5-3 ਲੱਖ ਰੁਪਏ, ਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਉੱਥੇ ਸ਼ਿੰਗਾਰ ਕਰਾਉਣ ਲਈ। ਪਰ ਸਾਹਿਬ ਤੇ ਕਹਿੰਦੇ ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸ਼ਿੰਗਾਰ। ਇਹ ਤੇ ਮੁਰਦੇ ਨੂੰ ਜਿਸ ਤਰ੍ਹਾਂ ਸ਼ਿੰਗਾਰ ਕੀਤਾ ਹੁੰਦਾ ਹੈ ਉਹ ਹੁੰਦਾ ਹੈ, ਕਿਉਂਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਆਂ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਕੀ ਹੋਇਆ ਜੇ ਅਤ ਸੋਹਣਾ ਬਣ ਜਾਵੇਗਾ, ਉੱਚੀ ਕੁੱਲ ਵਾਲਾ ਹੋਵੇ, ਚਤੁਰ ਚਲਾਕ ਬੜਾ ਹੋਵੇਗਾ, ਮੁੱਖੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੋਵੇਗਾ, ਧਨਵਾਨ ਵੀ ਹੋਵੇ, ਹੋ ਤੇ ਨਹੀਂ ਸਕਦੀਆਂ ਪੰਜੇ ਵਡਿਆਈਆਂ ਇੱਕ ਵਿੱਚ, ਪਰ ਮੰਨ ਲਓ ਹਨ ਤਾਂ ਵੀ ਕੀ ਹੋਇਆ। ਕਹਿੰਦੇ ਇੱਕ ਮੁਰਦੇ ਤੋਂ ਵੱਧ ਕੁਝ ਨਹੀਂ ਹੈ ਜੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਨਹੀਂ ਹੈ। ਇਹ ਭੁੱਲਦੇ ਕਦਾਂ ਅਸੀਂ। ਸਤਿਗੁਰੂ ਕਹਿ ਰਹੇ ਨਾ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਮਤਾਂ ਕਿਤੇ ਭੁੱਲ ਨਾ ਜਾਵਾਂ, ਮਤਾਂ ਕਿਤੇ ਤੇਰਾ ਨਾਮ ਵਿਸਰ ਨਾ ਜਾਵੇ। ਜਦ ਸਬਜੈਕਟ ਉੱਦਾਂ ਦਾ ਹੁੰਦਾ ਹੈ ਨਾ,
ਤੇ ਗੱਲ ਕਹਿਣੀ ਪੈਂਦੀ ਹੈ ਕਿ ਭੁੱਲ ਤੋਂ ਵੱਡੀ ਕੋਈ ਦੂਰੀ ਨਹੀਂ, ਯਾਦ ਤੋਂ ਵੱਡੀ ਕੋਈ ਨਜ਼ਦੀਕੀ ਨਹੀਂ। ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਤੁਸੀਂ ਸਕੂਟਰ ਕਾਰ ਦੀ ਚਾਬੀ ਚੁੱਕ ਕੇ ਜੇਬ ਵਿੱਚ ਪਾ ਲੈਂਦੇ ਹੋ, ਇੱਕ ਛਿਨ ਬਾਅਦ ਭੁੱਲ ਗਏ, ਰੌਲਾ ਪਾ ਦਿੱਤਾ ਚਾਬੀ ਕਿੱਥੇ, ਚਾਬੀ ਮੈਨੂੰ ਛੇਤੀ ਪੁੱਜਣਾ ਹੈ। ਉਹ ਕਿਸੇ ਨੇ ਕਿਹਾ, ਸਭ ਨੇ ਲੱਭਿਆ, ਨਹੀਂ ਮਿਲੀ, ਆਪਣੀ ਜੇਬ ਵਿੱਚ ਤਾਂ ਵੇਖੋ। ਕਹਿੰਦਾ ਮੇਰੀ ਜੇਬ ਵਿੱਚ ਕਿੱਥੇ ਹੈ? ਜਦ ਵੇਖਿਆ ਚਾਬੀ ਉੱਥੇ ਸੀ, ਸ਼ਰਮਿੰਦਾ ਹੋਇਆ। ਹੁਣ ਜੇਬ ਤੋਂ ਬੰਦੇ ਦੀ ਦੂਰੀ ਕਿੰਨੇ ਕੁ ਹੈ, ਪਰ ਭੁੱਲ ਵੱਡੀ ਦੂਰੀ, ਯਾਦ ਬਹੁਤ ਨਜ਼ਦੀਕੀ ਹੈ। ਚਸ਼ਮਾ ਪਾ ਕੇ ਬੰਦਾ ਪੜ੍ਹ ਰਿਹਾ ਹੁੰਦਾ ਹੈ ਤੇ ਪੜ੍ਹਦਿਆਂ ਪੜ੍ਹਦਿਆਂ ਆਪ ਹੀ ਉੱਪਰ ਕਰ ਲਿਆ ਮਸਤਕ ਉੱਤੇ, ਇੱਕ ਛਿਨ ਬਾਅਦ ਭੁੱਲ ਗਿਆ, ਰੌਲਾ ਪਾ ਦਿੱਤਾ ਮੇਰਾ ਚਸ਼ਮਾ ਐਨਕ ਕਿੱਥੇ ਹੈ? ਉਹ ਕਿਸੇ ਨੇ ਕਿਹਾ ਮੱਥੇ ਉੱਤੇ ਤਾਂ ਹੈ। ਹੁਣ ਅੱਖ ਤੋਂ ਮਸਤਕ ਦੀ ਦੂਰੀ ਕਿੰਨੀ ਕੁ ਹੈ, ਪਰ ਭੁੱਲ ਵੱਡੀ ਦੂਰੀ, ਯਾਦ ਬਹੁਤ ਨਜ਼ਦੀਕੀ ਹੈ। ਬੱਚਾ 7 ਸਮੁੰਦਰ ਪਾਰ ਰਹਿ ਰਿਹਾ ਹੈ, ਉਹਨੂੰ ਮਾਂ-ਬਾਪ ਨਹੀਂ ਵਿਸਾਰਦੇ ਤੇ ਉਹ ਦੂਰ ਨਹੀਂ ਹੈ। ਪਰ ਮਾਂ-ਬਾਪ ਬਜ਼ੁਰਗ ਹੋ ਗਏ, ਕੋਠੀ ਦੇ ਪਿਛਲੇ ਕਮਰੇ 'ਚ ਕਿਤੇ ਪਏ ਨੇ, ਬੈਠੇ ਨੇ, ਬੱਚਿਆਂ ਨੂੰ ਚੇਤੇ ਹੀ ਨਹੀਂ ਹਨ, ਬਹੁਤ ਦੂਰ ਨੇ, ਕਿਉਂਕਿ ਭੁਲਾ ਦਿੱਤਾ। ਤੇ ਭੁਲਾਇਆ ਕਿਸ ਤਰ੍ਹਾਂ? ਕਿਉਂਕਿ ਇਹ ਜੋ ਦੁਨੀਆ ਦੀ ਦੌਲਤ ਕੋਲ ਆ ਗਈ ਇਤਨੀ ਜ਼ਿਆਦਾ ਨਾ, ਇਹਨੇ ਵਾਹਿਗੁਰੂ ਜੀ ਦਾ ਨਾਮ ਭੁਲਾ ਦਿੱਤਾ। ਹਰ ਵੇਲੇ ਟੈਲੀਵਿਜ਼ਨ, ਉਹਦੇ ਉੱਤੇ ਨਵੀਂ ਤੋਂ ਨਵੀਂ ਫਿਲਮਾਂ, ਨਵੇਂ ਤੋਂ ਨਵੇਂ ਨਾਟਕ, ਤੇ ਫਿਰ ਕਿੱਥੇ ਚੇਤੇ ਰਵੇ ਕਿ ਗੁਰੂ ਦਾ ਇਤਿਹਾਸ ਵੀ ਪੜ੍ਹੀਏ। ਪਹਿਲਾਂ ਮਾਵਾਂ ਘਰਾਂ ਦੇ 'ਚ ਸੋਢੀ ਚਮਤਕਾਰ ਪੜ੍ਹਦੀਆਂ ਹੁੰਦੀਆਂ ਸਨ, ਜਨਮ ਸਾਖੀ ਪੜ੍ਹਦੀਆਂ ਹੁੰਦੀਆਂ ਸਨ ਤੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਸਨ। ਬੱਚੇ ਇਤਿਹਾਸ ਪੜ੍ਹਦੇ ਸਨ, ਗੁਰੂਆਂ ਦੀਆਂ ਕਥਾ ਕਹਾਣੀਆਂ ਪੜ੍ਹਦੇ ਸਨ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਗੁਰੂ ਸੁਣਾਉਂਦਾ ਸਾਨੂੰ, ਤੇ ਜਿਹੜਾ ਗੁਰੂ ਦੀ ਗੱਲਾਂ ਸੁਣਦਾ ਹੈ, ਗੁਰੂ ਦਾ ਜੀਵਨ ਇਤਿਹਾਸ ਪੜ੍ਹਦਾ, ਉਹ ਨਹੀਂ ਭੁੱਲਦਾ। ਪਰ ਅੱਜ ਉਹ ਮਾਵਾਂ ਨਹੀਂ ਰਹਿ ਗਈਆਂ, ਉਹ ਦਾਦੀਆਂ ਨਹੀਂ ਰਹਿ ਗਈਆਂ, ਉਹ ਦਾਦੇ ਨਹੀਂ ਰਹਿ ਗਏ ਜੋ ਗੋਦ 'ਚ ਬਿਠਾ ਕੇ ਬੱਚਿਆਂ ਨੂੰ ਇੱਕ ਸਾਖੀ ਰੋਜ਼ ਸੁਣਾਉਣ। ਹਾਂ, ਦੌਲਤ ਇਤਨੀ ਆ ਗਈ ਹੈ ਕਿ ਉਹ ਬੱਚਾ ਪਿਤਾ ਤੋਂ ਤੇ ਇੱਕ ਪਾਸੇ ਲੈ ਰਿਹਾ, ਦਾਦੇ ਤੋਂ ਦੂਜੇ ਪਾਸਿਓਂ ਲੈ ਲੈਂਦਾ, ਦਾਦੀ ਤੋਂ ਦੂਜੇ ਪਾਸੇ ਲੈ ਲੈਂਦਾ, ਤੇ ਡੁਬੋ ਕੇ ਰੱਖ ਦਿੱਤਾ ਬੱਚਿਆਂ ਨੂੰ। ਪਾਣੀ ਬਾੜੈ ਨਾਵ ਮੈਂ, ਘਰ ਮੈਂ ਬਾੜੈ ਦਾਮ, ਦੋਨੋਂ ਹੱਥ ਉਲੀਚੀਏ ਯਹੀ ਸੱਜਣ ਕੋ ਕਾਮ। ਕਹਿੰਦੇ ਗੁਰੂ ਕੇ ਸਿੱਖਾ, ਬੇੜੀ ਪਾਣੀ 'ਚ ਤੁਰਦੀ ਹੈ, ਨਾਵ ਬੇੜੀ ਪਾਣੀ 'ਚ ਤੁਰਦੀ ਹੈ, ਰੇਤ 'ਚ ਨਹੀਂ ਤੁਰਦੀ। ਪਰ ਇਹ ਵੀ ਅਟਲ ਸੱਚਾਈ ਹੈ, ਉਹ ਡੁੱਬਦੀ ਵੀ ਪਾਣੀ 'ਚ ਹੈ, ਰੇਤ 'ਚ ਨਹੀਂ ਡੁੱਬਦੀ। ਬਿਲਕੁਲ ਇਉਂ ਦੁਨੀਆ ਦੇ ਸਾਰੇ ਕਾਰ ਵਿਹਾਰ ਦੌਲਤ ਨਾਲ ਚੱਲਦੇ ਨੇ, ਪੈਸੇ ਨਾਲ ਚੱਲਦੇ ਨੇ, ਪਰ ਇਹ ਵੀ ਇੱਕ ਅਟਲ ਸੱਚਾਈ ਹੈ, ਬੰਦਾ ਡੁੱਬਦਾ ਵੀ ਬਹੁਤੀ ਦੌਲਤ ਵਿੱਚ ਹੀ ਹੈ, ਡੁੱਬਦਾ ਵੀ ਬਹੁਤੀ ਦੌਲਤ ਵਿੱਚ ਹੈ। ਤੇ ਜੇ ਨਾਵ ਵਿੱਚ ਬੇੜੀ 'ਚ ਛੇਕ ਹੋ ਜਾਵੇ ਨਾ, ਤੇ ਧੀਰੇ ਧੀਰੇ ਪਾਣੀ ਭਰਨਾ ਸ਼ੁਰੂ ਹੋਵੇ, ਤੇ ਸਿਆਣਾ ਮੱਲ੍ਹਾ ਪਤਾ ਕੀ ਕਰਦਾ ਹੈ ਕਿ ਦੋਨਾਂ ਹੱਥਾਂ ਨਾਲ ਪਾਣੀ ਬਾਹਰ ਕੱਢੀ ਵੀ ਜਾਂਦਾ ਤੇ ਬੇੜੀ ਨੂੰ ਅੱਗੇ ਤੋਰੀ ਜਾਂਦਾ ਹੈ, ਡੁੱਬਦਾ ਨਹੀਂ ਹੈ, ਕਿਨਾਰੇ ਲੱਗ ਜਾਂਦਾ ਹੈ। ਬਿਲਕੁਲ ਇਉਂ ਜਿਹੜਾ ਸਿਆਣਾ ਸਿੱਖ ਹੈ ਨਾ, ਜਿਹੜਾ ਸਮਝਦਾਰ ਮਨੁੱਖ ਹੈ, ਉਹ ਵੇਖਦਾ ਜੇ ਘਰ ਦੇ 'ਚ ਬਹੁਤੀ ਦੌਲਤ ਆਉਣੀ ਸ਼ੁਰੂ ਹੋ ਗਈ ਹੈ ਨਾ, ਤੇ ਉਹ ਦਸਵੰਧ ਕੱਢਣਾ ਆਰੰਭ ਕਰ ਦਿੰਦਾ ਹੈ। ਉਹ ਦਸਵੰਧ ਕੱਢਣਾ ਆਰੰਭ ਕਰ ਦਿੰਦਾ। ਬੱਚੇ ਵੀ ਵੇਖਦੇ ਨੇ ਕਿ ਮੇਰਾ ਪਿਤਾ, ਮੇਰਾ ਦਾਦਾ ਗੁਰੂ ਘਰ ਦੀ ਸੇਵਾਵਾਂ ਕਰ ਰਿਹਾ, ਗਰੀਬਾਂ ਦੀ ਸੇਵਾ ਕਰ ਰਿਹਾ ਏ, ਗਰੀਬ ਬੇਟੀਆਂ ਦੇ ਵਿਆਹ ਕਰਵਾ ਰਿਹਾ ਏ, ਲੋੜਵੰਦ ਜਿਹੜੇ ਨੇ, ਰੋਗੀ ਨੇ, ਉਹਨਾਂ ਦਾ ਇਲਾਜ ਕਰਵਾ ਰਿਹਾ ਹੈ। ਤੇ ਉਹ ਬੱਚੇ ਵੀ ਉਹੀ ਕੁਝ ਸਿੱਖ ਜਾਂਦੇ ਨੇ ਘਰ ਵਿੱਚੋਂ। ਯਾਦ ਰੱਖਣਾ, ਬੱਚੇ ਸਿੱਖਦੇ ਸਾਡੇ ਤੋਂ ਹੀ ਨੇ। ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਸਿਖਾ ਰਹੇ ਨੇ, ਗੁਰਦੇਵ ਮਾਤਾ ਗੁਰਦੇਵ ਪਿਤਾ। ਸਾਡੀ ਮਾਤਾ ਹੈ ਨਾ ਗੁਰੂ, ਸਾਡਾ ਪਿਤਾ ਹੈ ਨਾ, ਤੇ ਮਾਂ-ਬਾਪ ਬਣ ਕੇ ਸਮਝਾਉਂਦੇ ਨੇ ਕਿ ਮੈਂ ਨਹੀਂ ਇਹ ਕੁਝ ਮੰਗਿਆ, ਮੈਂ ਨਹੀਂ ਲਿਆ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਉ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਸਤਿਗੁਰੂ ਕਿਉਂ ਨਾ ਲੈ ਲਿਆ,
इतना कुछ तो मिल रहा सी, लै लेना चाहिए सी। साहब कहते मैं इस करके नहीं लिया, मत देख भूला, मता किते मैं भुल जावां। वीसरै तेरा नाम विसर जावे मालक वाहिगुरु, तेरा चित ना आवे नाम, चेते च तेरा नाम ही ना आवे, चेते च सिर्फ चिंता होवे, चिंतन ते होवे ही ना। ते दौलत ने, पैसे ने ते चिंता ही देनी है ना। जितनी ज्यादा दौलत आवेगी बंदा उतना फिक्रां च पवेगा भी कित्थे लुकोवां, कित्थे संभालां, इनू कित्थे लावां, किस तरह करां। बच्चे घर विचों ही सिखदे ने सब कुछ। एक घटना चेते आई, देखो समाज सानू बहुत कुछ सिखाउंदा है। कहंदे एक घर दे च ना बजुर्ग सी, बुढ़ा सहुरा, वो अपनी नूह नाल हर वेले झगड़ा पाई रखदा सी, लड़दा रहिंदा सी, क्योंकि कलेशी बड़ा सी। मस्कीन जी भी कहंदे हुंदे सन कि जेड़ा बुढ़ा बंदा गुरु तो टुटिया होया ना, ओदी हौमे शिखरां ते हुंदी है, ਉਹਦਾ ਸੁਭਾਅ ਵੀ ਬੱਚਿਆਂ ਵਰਗਾ ਹੋ ਜਾਂਦਾ ਹੈ। ਬਾਰਿਕ ਬਿਰਧ ਸਮਾਨ ਹੈ, ਪਰ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਕਦੀ ਬੁੱਢਾ ਹੁੰਦਾ ਹੀ ਨਹੀਂ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਬਾਬਾ ਬੁੱਢਾ ਸਾਹਿਬ ਜੀ 125 ਸਾਲ ਦੇ ਹੋ ਕੇ ਵੀ ਬੁੱਢੇ ਨਹੀਂ ਹਨ, ਪਰ ਇਹ ਬੁੱਢਾ ਗੁਰੂ ਤੋਂ ਟੁੱਟਿਆ ਹੋਇਆ ਸੀ। ਹਰ ਵੇਲੇ ਨੂੰਹ ਨੂੰ ਬੋਲ ਕਬੋਲ ਬੋਲਨੇ, ਲੜਦੇ ਰਹਿਣਾ, ਬੜੀ ਦੁਖੀ ਸੀ। ਉਹਨੇ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਜਾਂ ਇਹਨੂੰ ਰੱਖ ਲੈ ਜਾਂ ਮੈਨੂੰ ਰੱਖ, ਜੇ ਇਸ ਨੂੰ ਰੱਖੇਂਗਾ ਮੈਂ ਚਲੀ ਜਾਵਾਂਗੀ। ਉਹ ਕਹਿੰਦਾ ਦੁਖੀ ਤੇ ਮੈਂ ਵੀ ਬੜਾ ਹਾਂ, ਪਰ ਕਰਾਂ ਕੀ, ਕਿੱਥੇ ਕੱਢਾਂ, ਸਮਾਜ ਬਰਾਦਰੀ ਦਾ ਡਰ ਹੈ, ਲੋਕ ਕੀ ਕਹਿਣਗੇ। ਉਹ ਕਹਿੰਦੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਸਾਹਮਣੇ ਦਰਿਆ ਹੈ, ਨਦੀ ਹੈ, ਇਹਨੂੰ ਮੋਢੇ ਤੇ ਚੁੱਕ ਕੇ ਘੁਮਾਣ ਭਰਾਣ ਦੇ ਬਹਾਨੇ ਲੈ ਜਾ ਤੇ ਅੱਧ ਵਿਚਕਾਰ ਜਾ ਕੇ ਡੋਬ ਦੇ ਪਾਣੀ 'ਚ। ਪਾਣੀ ਉੱਤੇ ਕਿਸ ਦਾ ਜ਼ੋਰ ਹੈ ਅਸੀਂ ਕਹਾਂਗੇ। ਹੁਣ ਲੈ ਕੇ ਚਲਾ ਗਿਆ। ਕਹਿੰਦਾ ਇਹ ਤੇ ਬਿਲਕੁਲ ਠੀਕ ਗੱਲ ਹੈ। ਮੋਢੇ ਤੇ ਬਿਠਾਇਆ, ਜਦ ਲੈ ਗਿਆ, ਜਦ ਅੱਧ ਵਿਚਕਾਰ ਲੈ ਜਾ ਕੇ ਡੋਬਣ ਲੱਗਾ ਨਾ, ਪਿਤਾ ਨੇ ਆਵਾਜ਼ ਮਾਰੀ, ਪੁੱਤਰ ਰੁਕ ਜਾ, ਮੈਨੂੰ ਇੱਥੇ ਨਾ ਡੋਬ, ਇੱਕ ਕਦਮ ਅੱਗੇ ਵੱਧ ਕੇ ਡੋਬ। ਹੈਰਾਨ ਹੋ ਗਿਆ, ਤੁਹਾਨੂੰ ਪਤਾ ਲੱਗ ਗਿਆ ਮੈਂ ਡੋਬਣ ਆਇਆ? ਕਹਿੰਦੇ ਹਾਂ ਪਤਾ ਲੱਗ ਗਿਆ। ਤੇ ਜੇ ਪਤਾ ਲੱਗ ਗਿਆ ਏ ਤੇ ਫਿਰ ਇੱਥੇ ਡੋਬਾਂ ਜਾਂ ਇੱਕ ਕਦਮ ਅੱਗੇ ਵੱਧ ਕੇ ਡੋਬਾਂ, ਕੀ ਫਰਕ ਪੈਂਦਾ? ਉਹ ਕਹਿੰਦਾ ਨਹੀਂ ਪੁੱਤਰ, ਫਰਕ ਪੈਂਦਾ ਹੈ। ਤੂੰ ਬਚਪਨ ਦੀ ਗੱਲ ਚੇਤੇ ਕਰ, ਤੈਨੂੰ ਯਾਦ ਆਵੇਗਾ ਕਿ ਤੇਰੀ ਮਾਂ ਨੇ ਮੈਨੂੰ ਆਪਣੇ ਪਿਤਾ ਨੂੰ ਡੋਬਣ ਲਈ ਇਸੇ ਦਰਿਆ 'ਚ ਕਿਹਾ ਸੀ, ਤੇ ਮੈਂ ਤੇਰੀ ਮਾਂ ਦੇ ਕਹਿਣ ਉੱਤੇ ਆਪਣੇ ਪਿਤਾ ਨੂੰ ਇੱਥੇ ਡੋਬਿਆ ਸੀ, ਤੇ ਤੂੰ ਘਰ ਵਿੱਚ ਸਭ ਕੁਝ ਸੁਣ ਰਿਹਾ ਸੀ, ਵੇਖ ਰਿਹਾ ਸੀ। ਅੱਜ ਗੁਰੇਜ਼ ਤੂੰ ਵੀ ਨਹੀਂ ਕਰ ਰਿਹਾ ਮੈਨੂੰ ਡੋਬਣ ਤੋਂ, ਤੇ ਇੱਕ ਕਦਮ ਅੱਗੇ ਵੱਧ ਕੇ ਡੋਬ, ਕਿਉਂਕਿ ਹੁਣ ਤੇਰਾ ਪੁੱਤਰ ਵੀ, ਤੇਰੀ ਔਲਾਦ ਵੀ ਸਭ ਕੁਝ ਵੇਖ ਰਹੀ ਹੈ। ਇੱਕਦਮ ਨਾ ਚਲਚਿੱਤਰ ਵਾਂਗ ਸਾਰੀ ਗੱਲ ਚੇਤੇ ਆ ਗਈ ਬਚਪਨ ਦੀ, ਅੰਦਰ ਤੱਕ ਕੰਬ ਗਿਆ। ਹਾਂ ਇਹ ਕੁਝ ਤੇ ਹੋਇਆ ਸੀ ਮੇਰੇ ਨਾਲ। ਉਦੋਂ ਹੀ ਵਾਪਸ ਲੈ ਆਇਆ ਤੇ ਆ ਕੇ ਪਤਨੀ ਨੂੰ ਦੱਸਿਆ ਕਿ ਇਹ ਤੇ ਸਾਡੇ ਨਾਲ ਵੀ ਹੋਣਾ। ਉਹ ਵੀ ਕੰਬ ਗਈ ਅੰਦਰ ਤੱਕ। ਹੈ ਇਸ ਤਰ੍ਹਾਂ ਹੋਇਆ ਸੀ, ਸਾਡੇ ਨਾਲ ਵੀ ਹੋਵੇਗਾ। ਉਸੇ ਦਿਨ ਤੋਂ ਉਹਦਾ ਮਨ ਬਦਲ ਗਿਆ। ਉਹਨੇ ਕਿਹਾ ਭਾਵੇਂ ਬੋਲਦਾ ਰਵੇ, ਮੈਂ ਅੱਗੇ ਤੋਂ ਜਵਾਬ ਹੀ ਨਹੀਂ ਦਿਆਂਗੀ। ਉਹ ਜਦ ਕੋਈ ਸਮਾਂ ਸਾਹਮਣੇ ਤੋਂ ਜਵਾਬ ਨਾ ਮਿਲਿਆ, ਉਹਦੇ ਕੋਲ ਵੀ ਬੋਲ ਕਬੋਲ ਖਤਮ ਹੋ ਗਏ। ਉਹ ਵੀ ਕਿਤੇ ਆਪਣੇ ਆਪ ਦਾ ਸੁਭਾਅ ਬਦਲ ਬੈਠਾ। ਦਾਸ ਅਰਜ ਜੋ ਕਰਨੀ ਚਾਹ ਰਿਹਾ ਹੈ ਕਿ ਬੱਚਿਆਂ ਨੂੰ ਘਰ ਦੇ ਵਿੱਚ ਉਹ ਕੁਝ ਸਿਖਾਓ, ਜਦ ਵੀ ਕੰਮਾਂ ਕਾਰਾਂ ਤੋਂ ਆਓ ਨਾ, ਬਜ਼ੁਰਗ ਪਿਤਾ ਬੈਠਾ ਹੈ, ਬੱਚਿਆਂ ਤੋਂ ਪਹਿਲਾਂ ਜਾ ਕੇ ਬਜ਼ੁਰਗ ਪਿਤਾ ਨੂੰ ਮਿਲੋ। ਬਜ਼ੁਰਗ ਮਾਂ ਬੈਠੀ ਹੈ, ਸਭ ਤੋਂ ਪਹਿਲਾਂ ਉਸਦੇ ਕਮਰੇ 'ਚ ਜਾਓ, ਉਹਦਾ ਹੱਥ ਫੜੋ, ਉਹਦੇ ਨਾਲ ਗੱਲ ਕਰੋ। ਤੁਹਾਡੇ ਬੱਚੇ ਵੇਖਦੇ ਹੋਣਗੇ। ਇੱਕ ਸਮਾਂ ਆਵੇਗਾ, ਜਿਸ ਤਰ੍ਹਾਂ ਤੁਸੀਂ ਮਾਂ-ਬਾਪ ਦਾ ਸਤਿਕਾਰ ਕਰੋਗੇ, ਉਸੇ ਤਰ੍ਹਾਂ ਬੱਚੇ ਵੀ ਤੁਹਾਡਾ ਸਤਿਕਾਰ ਕਰਨਗੇ। ਜੇ ਮਾਂ-ਬਾਪ ਦਾ ਤਿਰਸਕਾਰ ਕਰੋਗੇ ਤੇ ਇੱਕ ਟਾਈਮ ਆਵੇਗਾ ਬੱਚੇ ਤੁਹਾਡਾ ਵੀ ਤਿਰਸਕਾਰ ਕਰਨਗੇ, ਕਿਉਂਕਿ ਘਰ ਵਿੱਚੋਂ ਹੀ ਸਿੱਖਦੇ ਨੇ ਸਭ ਕੁਝ। ਤੇ ਸਾਹਿਬ ਕਹਿ ਰਹੇ ਨੇ ਅੱਗੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਕਹਿੰਦੇ ਗੱਲ ਮੈਂ ਸਮਝ ਲਈ ਹੈ
ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਦ ਸੜ ਬਲ ਜਾਂਦੀ ਹੈ। ਅੱਜ ਦੇਖੋ ਕਿਤਨਾ ਬੰਦਾ ਤਪਿਆ ਹੋਇਆ ਹੈ, ਜਿਸ ਨੂੰ ਵੇਖੋ ਜਿਹੜਾ ਸ਼ਾਂਤ ਨਜ਼ਰ ਆ ਰਿਹਾ ਹੈ ਨਾ, ਉਹ ਮਾਚਿਸ ਦੀ ਤੀਲੀ ਵਾਂਗ ਹੈ ਕਿ ਚਿਣਗ ਲੱਗਣ ਦੀ ਦੇਰ ਹੈ ਤੇ ਕਿਸ ਤਰ੍ਹਾਂ ਉਹ ਮਸ਼ਾਲ ਭੜਕਦੀ ਹੈ। ਬੰਦਾ ਆਪਣੇ ਦੁੱਖਾਂ ਕਰਕੇ ਇਤਨਾ ਦੁਖੀ ਨਹੀਂ ਹੈ ਜਿਤਨਾ ਦੂਜਿਆਂ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੈ। ਇਤਨਾ ਤਪਦਾ ਹੈ, ਇਤਨਾ ਤਪਦਾ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਹ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਤੇ ਪ੍ਰਕਿਰਤੀ ਦਾ ਨਿਯਮ ਹੈ, ਜੋ ਦਿਓਗੇ ਨਾ ਉਹ ਤੁਹਾਡੇ ਕੋਲ ਵਾਪਸ ਆਵੇਗਾ, ਉਹ ਤੁਹਾਡੇ ਕੋਲ ਵਾਪਸ ਆਵੇਗਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਐਵੇਂ ਥੋੜਾ ਕਹਿ ਦਿੱਤਾ ਹੈ। ਤੁਸੀਂ ਦੀਵਾਰ ਤੇ ਜਿਤਨੀ ਤੇਜ਼ੀ ਨਾਲ ਗੇਂਦ ਮਾਰੋਗੇ, ਬਾਲ ਮਾਰੋਗੇ, ਉਸ ਤੋਂ ਵੱਧ ਤੇਜ਼ੀ ਨਾਲ ਤੁਹਾਡੇ ਵੱਲ ਆਵੇਗੀ। ਖੂਹ ਵਿੱਚ ਮੂੰਹ ਪਾ ਕੇ ਜੋ ਕੁਝ ਤੁਸੀਂ ਬੋਲੋਗੇ, ਮਾੜੇ ਬਚਨ ਬੋਲੋ ਚੰਗੇ, ਉਸ ਤੋਂ ਵੱਧ ਤੇਜ਼ੀ ਨਾਲ ਤੁਹਾਡੇ ਵੱਲ ਆਉਣਗੇ। ਇੱਕ ਬੀਜ ਧਰਤੀ 'ਚ ਬੀਜੋ, ਕਈ ਬੀਜ ਤੁਹਾਨੂੰ ਵਾਪਸ ਮਿਲਣਗੇ। ਤੁਸੀਂ ਕਿੱਕਰ ਦਾ ਬੀਜ ਬੀਜ ਦਿਓ, ਕੰਡੇ ਹੀ ਕੰਡੇ ਭਾਵੇਂ ਸਾਰੀ ਉਮਰ ਉੱਥੋਂ ਤੁਹਾਨੂੰ ਚੁੱਭਦੇ ਰਹਿਣ। ਸਾਖਤ ਹਰ ਰਸ ਸਾਧ ਨਾ ਜਾਣਿਆ, ਜੋ ਅੰਤਰ ਹਉਮੈ ਕੰਡਾ ਹੈ, ਜੂ ਜੂ ਚਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਦੁਨੀਆ 'ਚ ਰਹਿੰਦਿਆਂ ਹੋਇਆਂ ਤੁਸੀਂ ਕਿਸੇ ਦਾ ਬੁਰਾ ਕਰੋਗੇ, ਤੁਹਾਡਾ ਕਈ ਗੁਣਾ ਵੱਧ ਕੇ ਬੁਰਾ ਹੋਵੇਗਾ। ਤੁਸੀਂ ਕਿਸੇ ਦਾ ਭਲਾ ਕਰੋਗੇ, ਕਈ ਗੁਣਾ ਵੱਧ ਕੇ ਭਲਾ ਹੋਵੇਗਾ। ਹੁਣ ਤੇ ਮਨੋਵਿਗਿਆਨੀਆਂ ਨੇ ਤੇ ਸਾਇੰਟਿਸਟਾਂ ਨੇ ਰਿਸਰਚ ਕਰਕੇ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਕਿਸੇ ਦਾ ਬੁਰਾ ਸੋਚੋਗੇ ਹੀ ਨਾ, ਤਾਂ ਵੀ ਤੁਹਾਡਾ ਬੁਰਾ ਹੋ ਜਾਵੇਗਾ। ਤੁਸੀਂ ਕਿਸੇ ਦਾ ਭਲਾ ਸੋਚੋਗੇ ਤਾਣ ਨਾਲ, ਜ਼ੋਰ ਨਾਲ, ਤੇ ਜਿਹੜਾ ਸਾਹਮਣੇ ਬੁਰਾ ਸੋਚ ਰਿਹਾ ਉਹਦੇ ਮਨ ਵਿੱਚੋਂ ਵੀ ਬੁਰਾਈ ਮਿਟਣੀ ਆਰੰਭ ਹੋ ਜਾਵੇਗੀ, ਬਸ਼ਰਤੇ ਤੁਸੀਂ ਜ਼ਿਆਦਾ ਤਾਣ ਨਾਲ ਉਹਦਾ ਭਲਾ ਸੋਚੋ। ਜੇ ਤੁਸੀਂ ਕਿਸੇ ਦੀ ਨਿੰਦਾ ਕਰੋਗੇ ਜਾਂ ਕਰਵਾਓਗੇ, ਕਿਸੇ ਦਾ ਜੀਵਨ ਖਰਾਬ ਕਰਨਾ ਚਾਹੋਗੇ, ਤੁਹਾਡਾ ਜੀਵਨ ਵੱਧ ਕੇ ਖਰਾਬ ਹੋਵੇਗਾ, ਤੁਹਾਡੇ ਉੱਤੇ ਵੱਧ ਕੇ ਚੱਕੜ ਆਵੇਗਾ। ਇਹ ਪ੍ਰਕਿਰਤੀ ਦਾ ਨਿਯਮ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਭ ਦਾ ਭਲਾ ਸੋਚਿਆ। ਇਹੀ ਕਾਰਨ ਹੈ ਅੱਜ ਸਿੱਖਾਂ ਦਾ ਥੋੜੇ ਹੁੰਦਿਆਂ ਹੋਇਆਂ ਵੀ ਇਤਨਾ ਭਲਾ ਹੁੰਦਾ ਹੈ ਕਿ ਤੁਸੀਂ ਵਿਦੇਸ਼ਾਂ 'ਚ ਚਲੇ ਜਾਓ, ਕਿਸੇ ਦੇਸ਼ ਜਾਓ, ਜੋ ਸਿੱਖਾਂ ਕੋਲ ਬਰਕਤ ਹੈ ਸ਼ਾਇਦ ਕਿਸੇ ਕੋਲ ਵੀ ਨਹੀਂ ਹੈ। ਜਿਨ੍ਹਾਂ ਕੋਲ ਹਜ਼ਾਰਾਂ ਗੋਰੇ ਉੱਥੇ ਦੇ ਅੰਗਰੇਜ਼ ਉਹ ਨੌਕਰ ਬਣ ਕੇ ਕੰਮ ਕਰਦੇ ਨੇ। ਇਸ ਦੇਸ਼ 'ਚ ਵੇਖ ਲਓ, ਜਿਤਨਾ ਇਨਕਮ ਟੈਕਸ ਸਿੱਖ ਭਰਦੇ ਨੇ ਕੋਈ ਵੀ ਨਹੀਂ ਭਰਦਾ। ਜਿਤਨੀ ਫੈਕਟਰੀਆਂ, ਜਿਤਨੇ ਉਦਯੋਗ, ਜੇ ਗਿਣਤੀ ਦੇ ਹਿਸਾਬ ਨਾਲ ਵੇਖੋ, ਸਿੱਖਾਂ ਕੋਲ ਬਰਕਤਾਂ ਨੇ ਉਤਨੀ ਸ਼ਾਇਦ ਕਿਸੇ ਕੋਲ ਵੀ ਨਹੀਂ ਹੈ। ਪਰ ਇੱਕ ਸੰਦੇਸ਼ ਹੋਰ ਦਿਆਂ ਤੁਹਾਨੂੰ, ਇਹ ਬੇਨਤੀ ਹੈ, ਚਾਕਰ ਸਿੰਘਨ ਹੀ ਕੋ ਰਾਖੇ। ਪਹਿਲਾਂ ਤੁਸੀਂ ਸਿੱਖ ਬੱਚਿਆਂ ਨੂੰ ਨੌਕਰੀਆਂ ਦਿਆ ਕਰੋ, ਜ਼ਰੂਰ ਯਤਨ ਕਰਿਆ ਕਰੋ ਕਿ ਸਿੱਖ ਬੱਚੇ ਲੱਭੋ ਜੋ ਬੇਰੋਜ਼ਗਾਰ ਨੇ, ਉਹਨਾਂ ਨੂੰ ਆਪਣੀ ਫੈਕਟਰੀਆਂ ਵਿੱਚ, ਆਪਣੇ ਉਦਯੋਗ ਵਿੱਚ ਜਾਂ ਆਪਣੀ ਕੰਪਨੀਆਂ ਦੇ ਵਿੱਚ, ਭਾਵੇਂ ਉਹਨਾਂ ਦੀ ਕੁਆਲੀਫਿਕੇਸ਼ਨ ਥੋੜੀ ਘੱਟ ਵੀ ਹੋਵੇ, ਤਜਰਬਾ ਘੱਟ ਵੀ ਹੋਵੇ, ਪਰ ਤੁਹਾਨੂੰ ਗੁਰੂ ਦਾ ਹੁਕਮ ਹੈ, ਰਹਿਤਨਾਮਾ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਚਾਕਰ ਸਿੰਘਨ ਹੀ ਕੋ ਰਾਖੇ। ਸਿੱਖ ਬੱਚਿਆਂ ਨੂੰ ਜ਼ਿਆਦਾ ਨੌਕਰੀ ਦਿਓ, ਜ਼ਿਆਦਾ ਸੰਭਾਲੋ। ਸਾਹਿਬ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ। ਜਿੰਦ ਸੜ ਜਾਂਦੀ ਹੈ, ਕਿਤਨਾ ਸੜਦੀ ਆ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸ਼ਹ ਲੋਰੋਂ। ਹਰ ਬਿਨ ਜੀਓ ਜਲ ਬਲ ਜਾ। ਹਰੀ ਤੋਂ ਬਿਨਾਂ ਜਿੰਦ ਸੜ ਜਾਂਦੀ ਹੈ, ਤਪਦੀ ਹੈ। ਕਹਿ ਰਹੇ ਨੇ ਨਾ ਬਾਬਾ ਫਰੀਦ ਸਾਹਿਬ ਜੀ, ਤਪ ਤਪ ਲੋਹੇ ਲੋਹੇ ਹਾਥ ਮਰੋਰੋਂ।
ਤਪਦੀਆਂ, ਲੁੱਚਦੀਆਂ, ਹੱਥ ਮਲਦੀਆਂ, ਕਿਉਂਕਿ ਮੇਰਾ ਪਤੀ ਮੇਰੇ ਤੋਂ ਵਿਸਰ ਗਿਆ। ਤੈਂ ਸਹਿ ਮਨ ਮੈਂ ਕੀ ਆਰੋਸ, ਐ ਪਤੀ ਵਾਹਿਗੁਰੂ ਜੇ ਤੂੰ ਰੁੱਸ ਵੀ ਗਿਆ ਹੈ, ਮੁਝ ਔਗਣ ਸਹਿ ਨਾਹੀਂ ਦੋਸ਼। ਇਹ ਤੇ ਔਗਣ ਮੇਰੇ ਹੀ ਸੀ। ਅੱਜ ਦੇ ਵੀ ਕੁਝ ਹਾਲਾਤ ਐਸੇ ਨੇ, ਪਤੀ ਪਤਨੀ ਦੇ ਰਿਸ਼ਤੇ ਜਿਹੜੇ ਨੇ ਨਾ, ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਤੇ ਹਉਮੈ ਕਿਉਂ ਵੱਧਦੀ ਚਲੀ ਜਾ ਰਹੀ ਹੈ? ਦੌਲਤ, ਪੈਸਾ, ਐਸ਼ੋ ਇਸ਼ਰਤ ਦੇ ਸਮਾਨ ਜ਼ਿਆਦਾ, ਚੰਗੇ ਚੰਗੀ ਮਹਿਲ ਮਾੜੀਆਂ ਤੇ ਮਹਿੰਗੇ ਮਹਿੰਗੇ ਸੂਟ ਜੇਵਰ ਗਹਿਣੇ। ਕੋਈ ਬੁਰਾਈ ਨਹੀਂ, ਚਲੋ ਮਿਹਨਤ ਕਰ ਰਹੇ ਹੋ, ਕਮਾ ਰਹੇ ਹੋ, ਵਾਹਿਗੁਰੂ ਦੇ ਰਿਹਾ ਏ, ਹੰਡਾਓ। ਦਮੜਾ ਉसी का जो खर्चे और खाए, देवे दिलावे रजावे खुदाए। खर्चो पर किसी ਨੂੰ ਦਿਓ ਵੀ ਨਾਲ, ਕਿਸੇ ਗਰੀਬ ਦੀ ਮਦਦ ਵੀ ਕਰੋ, ਫਿਰ ਅਹੰਕਾਰ ਨਹੀਂ ਆਵੇਗਾ, ਨਿਰੰਕਾਰ ਚੇਤੇ ਆਵੇਗਾ। ਅੱਜ ਰਿਸ਼ਤੇ ਕਿਉਂ ਟੁੱਟ ਰਹੇ ਨੇ? ਕਿਉਂਕਿ ਰਿਸ਼ਤਿਆਂ ਦੇ ਵਿੱਚ ਹਉਮੈ, ਅਹੰਕਾਰ ਇਹ ਜ਼ਿਆਦਾ ਹੋ ਗਿਆ ਹੈ। ਪਤੀ ਵਿਚਾਰਾ ਕਮਾਉਂਦਾ ਫਿਰਿਆ ਸਾਰਾ ਸਾਰਾ ਦਿਨ, ਪਰਿਵਾਰ ਬੱਚਿਆਂ ਲਈ ਹੋਰ ਦੌਲਤ ਹੋਰ ਦੌਲਤ, ਉਹਨੂੰ ਚੰਗੀ ਤਰ੍ਹਾਂ ਤਿਆਰ ਹੋਣ ਦਾ ਟਾਈਮ ਹੀ ਨਹੀਂ ਮਿਲਦਾ। ਤੇ ਪਤਨੀ ਨੂੰ ਸ਼ਿੰਗਾਰ, ਸੋਹਣੇ ਸੋਹਣੇ ਕੱਪੜੇ, ਤੇ ਕੋਈ ਕਹਿ ਹੀ ਦਿੰਦਾ ਕਿੰਨਾ ਸੋਹਣਾ ਵਸਤਰ ਪਾਇਆ, ਕਿੰਨੇ ਸੋਹਣੇ ਲੱਗ ਰਹੇ ਹੋ। ਬਸ ਇਤਨਾ ਕਹਿਣਾ ਹੀ ਅੰਦਰ ਹਉਮੈ ਨੂੰ ਵਧਾ ਜਾਂਦਾ ਹੈ। ਫਿਰ ਕਈ ਵਾਰੀ ਪਤੀ ਦੀ ਵੀ ਕਦਰ ਨਹੀਂ, ਮਾਂ ਬਾਪ ਦੀ ਵੀ ਕਦਰ ਨਹੀਂ। ਦੋਨੋਂ ਪਾਸੇ ਨਾ ਪਤੀ 'ਚ ਹਉਮੈ ਹੋਵੇ, ਨਾ ਪਤਨੀ ਦੇ ਵਿੱਚ ਹਉਮੈ ਹੋਵੇ। ਹਉਮੈ ਤੇ ਸੱਟ ਵੱਜਦੀ ਤਾਂ ਹੀ ਰਿਸ਼ਤੇ ਟੁੱਟਦੇ ਨੇ। ਇੱਕ ਸੰਦੇਸ਼ ਇੱਕ ਵਾਰੀ ਦਾਸ ਨੇ ਐਜ ਏ ਹੈਡਗੰਥੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਬੇਨਤੀ ਕੀਤੀ ਸੀ, ਤੇ ਬੜੇ ਫੋਨ ਆਏ ਦਾਸ ਨੂੰ, ਤੇ ਉਹਨਾਂ ਨੇ ਕਿਹਾ ਗਿਆਨੀ ਜੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਾਂ ਬੰਗਲਾ ਸਾਹਿਬ ਤੋਂ ਵੀ ਤੁਸੀਂ ਇੱਕ ਵਾਰੀ ਬੇਨਤੀ ਕਰਨਾ, ਕਿਉਂਕਿ ਬੱਚੇ ਨਾ ਅੱਜ ਕੱਲ੍ਹ ਮਾਂ ਬਾਪ ਦੀ ਗੱਲ ਨਹੀਂ ਮੰਨ ਰਹੇ ਨੇ। ਮੈਨੂੰ ਨਾ ਜੋ ਕਾਬਲ ਅਫਗਾਨਿਸਤਾਨ ਦੀ ਸੰਗਤ ਹੈ ਨਾ, ਜੋ ਗੁਰੂ ਨੂੰ ਮੰਨਣ ਵਾਲੇ ਨੇ, ਉਹਨਾਂ ਦਾ ਇੱਕ ਤਰੀਕਾ ਬਹੁਤ ਵਧੀਆ ਲੱਗਦਾ ਹੈ। ਉਹ ਬੱਚੇ, ਹਾਲੇ ਬੇਟੀ 19 ਸਾਲ ਦੀ ਹੋਈ ਤੇ ਬੱਚਾ 21 ਸਾਲ ਦਾ ਹੋਇਆ ਨਹੀਂ ਕਿ ਉਹ ਯਤਨ ਕਰਦੇ ਨੇ ਵਿਆਹ ਕਰ ਦੇਣ ਛੋਟੀ ਉਮਰ ਵਿੱਚ ਹੀ। ਉਹ ਲੌਜਿਕ ਬੜਾ ਕਮਾਲ ਦਾ। ਇੱਕ ਵਾਰੀ ਗੱਲਬਾਤ ਹੋਈ ਤੇ ਉਹਨਾਂ ਨੇ ਦੱਸਿਆ, ਤੇ ਮੈਨੂੰ ਵੀ ਸਮਝ ਆਈ ਗੱਲ, ਕਿ ਗਿਆਨੀ ਜੀ 15 ਸਾਲ ਤੋਂ ਲੈ ਕੇ ਨਾ 30 ਸਾਲ ਦੀ ਉਮਰ ਤੱਕ ਬੱਚੀ ਜਾਂ ਬੱਚੇ ਦੇ ਵਿੱਚ ਪੂਰੀ ਜਵਾਨੀ ਤੇ ਫੁੱਲ ਪਾਵਰ ਹੁੰਦੀ, ਤਾਕਤ ਹੁੰਦੀ ਹੈ। ਤੇ ਕਾਨੂੰਨ ਨੇ ਵੀ ਨੀਅਤ ਐਵੇਂ ਥੋੜਾ ਕੀਤੀਆਂ ਨੇ। 19 ਜਾਂ 21 ਸਾਲ ਦੀ ਉਮਰ ਜੋ ਨੀਅਤ ਕੀਤੀ ਹੈ, ਜਾਂ 1-2 ਸਾਲ ਹੁਣ ਵਧਾ ਦਿੱਤੇ ਨੇ ਸ਼ਾਇਦ। ਕਿਉਂ? ਕਿਉਂਕਿ ਪਤਾ ਹੈ ਜੇ ਹੁਣ ਵਿਆਹ ਹੋ ਜਾਵੇਗਾ ਤੇ ਉਸ ਤੋਂ ਬਾਅਦ ਪੜ੍ਹਾਈ ਕੀਤੀ ਵੀ ਜਾ ਸਕਦੀ, ਬੱਚੇ ਸੰਭਾਲੇ ਵੀ ਜਾ ਸਕਦੇ ਨੇ, ਬਿਜ਼ਨਸ ਕਰਨਾ, ਕੁਝ ਵੀ ਕਰਨਾ, ਕਿਉਂਕਿ ਹਾਲੇ ਕੋਈ ਬਿਮਾਰੀ ਨਹੀਂ ਲੱਗੀ ਹੈ, ਹਾਲੇ ਬੰਦਾ ਪੂਰਾ ਜਵਾਨ ਹੈ। ਤੇ ਜੇ ਕਿਤੇ 19-21 ਸਾਲ ਦੀ ਉਮਰ ਵਿੱਚ ਵਿਆਹ ਹੋਇਆ ਤੇ ਬੱਚੇ ਵੀ ਹੋ ਜਾਣਗੇ, ਤੇ ਬੱਚੇ ਹੋ ਜਾਣਗੇ, ਤੁਸੀਂ 40 ਸਾਲ ਦੇ ਹੋ ਗਏ, ਬੱਚੇ ਤੁਹਾਡੇ ਨਾਲ ਜਵਾਨ ਹੋ ਗਏ, ਤੁਸੀਂ ਵੀ ਜਵਾਨ ਹੋ, ਬੱਚੇ ਵੀ ਜਵਾਨ ਨੇ, ਤੁਸੀਂ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ, ਨਾਲ ਨਿਤਨੇਮ ਜਾਂ ਗੁਰਬਾਣੀ ਜਾਂ ਗੁਰਦੁਆਰਿਆਂ ਦੀ ਸੇਵਾਵਾਂ ਵੀ ਕਰ ਸਕਦੇ ਹੋ। ਪਰ ਅੱਜ ਕੱਲ੍ਹ ਬੱਚੇ ਕੀ ਕਹਿੰਦੇ ਨੇ ਕਿ ਹਾਲੇ ਤੇ ਪੜ੍ਹਾਈ ਕਰਨੀ ਹੈ ਜੀ। ਚਲੋ ਪੜ੍ਹਾਈ ਕਰ ਲਈ, 19 ਸਾਲ ਤੱਕ ਜਾਂ 20 ਸਾਲ ਤੱਕ ਬੱਚੇ ਗ੍ਰੈਜੂਏਸ਼ਨ ਕਰਦੇ ਨੇ, ਤੇ ਪੜ੍ਹਾਈ ਕੀਤੀ ਹੈ, ਜ਼ਿਆਦਾ ਘੁੰਮੇ ਫਿਰੇ ਨਹੀਂ ਹੁੰਦੇ, ਬਹੁਤੇ ਬੱਚਿਆਂ ਨਾਲ, ਯਾਰਾਂ ਦੋਸਤਾਂ ਨਾਲ। ਤੇ ਜਿਸ ਤਰ੍ਹਾਂ ਹੀ ਵਿਆਹ ਹੋਇਆ, ਪਤੀ ਪਤਨੀ ਦੀ ਅਟੈਚਮੈਂਟ ਹੋ ਜਾਂਦੀ ਹੈ, ਰਿਸ਼ਤੇ ਨਹੀਂ ਟੁੱਟਦੇ ਨੇ। ਪਰ ਜਿਹੜੇ ਬੱਚੇ ਇਹ ਜਿੱਦ ਕਰ ਲੈਂਦੇ ਨੇ ਕਿ ਨਹੀਂ ਜੀ ਡਾਕਟਰ ਇੰਜੀਨੀਅਰ ਬਣਨਾ, ਬਹੁਤ ਚੰਗੀ ਗੱਲ ਹੈ, ਬਣ ਗਏ, ਜੇ ਬਣ ਗਏ 24-25 ਸਾਲ ਦੀ ਉਮਰ, ਹੁਣ ਤੇ ਵਿਆਹ ਕਰ ਲਓ,
नहीं फिर कहेंगे नहीं हाले तो 4-5 साल असी आज़ादी नाल रहना चाहते हैं। जे आज़ादी नाल तुसी रहे 4-6 बच्चियां नाल या बच्चियां नाल फ्रेंड सर्कल वाल तुसी घूमे फिरे, भावें गलत बेशक ना हो, पर क्योंकि इतनी संगत कर ली इतने लोगों की, तो हुण जब तुसी रिश्ता देखना आरंभ करते हो तो वो पत्नी दे विच वो गुण वो क्वालिटीज़ देखना चाहते हो जो दूजे दोस्तों में वेखियां सन। हुण हर एक विच वो चीज़ तो नहीं हो सकती ना। ये तो इउं हो जाता है कि कपड़े की दुकान ते गए, ये सूट भी वेख्या, वो भी वेख्या, वो भी वेख्या, बंदा कन्फ्यूज ही हो जाता है। तो 28-30 साल की उम्र तुसी रिश्ता वेखना आरंभ किया, 30-35 साल की उम्र च जाके ब्याह होया, हुण कद बच्चे होणगे, कद तुसी उन्होंने पढ़ाओगे लिखाओगे, जवान सैटल करोगे, करद्या करद्या तुसी 65-70 साल दे हो गए, बुढ़े हो गए, ना इधर दे रहे ना उधर दे रहे। तो ये सब कुछ क्यों हो रहा है? क्योंकि दौलत, पैसे ने, आज़ादी ने बच्चों को खराब कर दिता है। तो जब ब्याह होंदा 30-32 साल की उम्र, फिर वो दोस्त मित्र चेते आउंदे ने भी वो तो बड़ा शांत सुभाव सी, वो तो बड़ा मिठा बोलण वाला सी, इहदे च वो गुण है नहीं। पर वो हकीकत थोड़ा सी, जब पति पत्नी गृहस्थ जीवन आरंभ करते ने ते 10 झंझट भी हुंदे ने नाल। बंदा बाहर गया हुंदा है, कितने लोग तपा दिंदे ने, की कुछ बीतदा है, ते घर जद आउंदा है तो फिर किते ना किते ते थोड़ा बहुत गुस्सा निकलदा ही है। पत्नी विचारी जो सारा दिन बच्चों को संभाल रही है, परिवार को संभाल रही है, तो वो भी किते ना किते थोड़ा बहुत इरीटेट हुई हुंदी है, गुस्से च हुंदी है। नहीं, जतन करो एक चुप 100 सुख। पति पत्नी एक दूजे नाल एक कंप्रोमाइज़ करो कि जिस वेले पति नूं गुस्सा आ गया, भावें वो गलत भी है, उदों तुसी नहीं बोलना, उदों तो चुप हो जा। 2 मिनट बाद ही उहदा गुस्सा खत्म हो जाना है। पहली गल तो उन्होंने अपनी गलती का एहसास होगा तो आप ही माफ़ी मंग लेगा। जे पत्नी गुस्से हो गई है किसी वेले, तो पति नूं चाहिदा कि चुप हो जाए, उदों 1-2 मिनट चुप हो जा, उन्होंने गलती का एहसास हो जाएगा, भावें गलत भी हो, चुप हो जाओ, तो झगड़ा नहीं बढ़ेगा। जिंदगी नूं हमने तो जिंदगी को कुछ इस तरह से आसान बना लिया, किसी से माफ़ी मांग ली, किसी को माफ़ कर दिया, किसी से माफ़ी मांग ली, किसी को माफ़ कर दिया। जहाँ क्षमा तह आप, जिथे तुसी किसी को माफ़ कर दे, ऊँ जानो कि तुहाडे अंदर वाहिगुरू आ गया है, परमात्मा आ गया है। क्योंकि बलवान बंदा किसी को माफ़ कर सकता है, कमज़ोर बंदा माफ़ नहीं करता है, वो तो सड़दा बलदा ही रहिंदा। हर बिन जियो जल बल जाओ, एक कारण थोड़ा है जिंद सड़न दा। ते क्यों होया? क्योंकि वाहिगुरू दा नाम विसार दिता। चंदन चंद न सरद रुत, मूल न मिटे काम, शीतल थी वह नानका, जपंदड़ो हर नाम। नाम ते विसार दिता, नाम भुला दिता। गुरु नानक देव साहब जी ने नहीं भुलाया, ते हमेशा ही खेड़ा रहा, हमेशा ही खुशी रही सतगुरु कोल। कितना बंदा तपदा है, अंदर बिल्कुल साड़ी जाता है। विदण खोई मुंद इकेली, ना को साथी ना को बेली। पता है, जिहड़ा बंदा क्रोधी हुंदा ना, गुस्से वाला हुंदा है, ਉਹਦੇ बहुते सज्जण मित्र भी नहीं हुंदे, ਉਹਦੇ अपने भी पराए हुंदे चले जाते हैं, क्योंकि गुस्से च बोलना है। हाँ, डरदियां जरूर कुछ लोग सामने मिलन ते बोल लैणगे, पर आम तौर ते सोचणगे ना ही मत्थे लगे। ते क्रोध करना ही क्यों, वैर विरोध करना ही क्यों? जितनी पावर शक्ति दूजे नूं थल्ले डेगण च लाउणी है,
ਉਤਨੀ ਵਾਹਿਗੁਰੂ ਨੇ ਤੁਹਾਨੂੰ ਸਮਝ ਤੇ ਪਾਵਰ ਦਿੱਤੀ ਹੈ। ਹੋਰ ਅੱਗੇ ਵਧੋ, ਹੋਰ ਅੱਗੇ ਵਪਾਰ ਦੇ ਲਾਈਨ ਵਿੱਚ, ਹਰ ਫੀਲਡ ਦੇ ਵਿੱਚ, ਤੇ ਖਾਸ ਕਰਕੇ ਭਰਾਵਾਂ ਨਾਲ, ਮਿੱਤਰਾਂ ਨਾਲ ਇੰਨੀ ਸਾਂਝ ਪਾ ਲਓ ਜੈਸੇ ਰਣ ਮੈਂ ਸਖਾ ਭਰਾਤ। ਮੈਨੂੰ ਨਾ ਅਕਸਰ ਇਹ ਘਟਨਾ ਜਦ ਚੇਤੇ ਆਉਂਦੀ ਹੈ ਤੇ ਮਨ ਬੜਾ ਗਦਗਦ ਹੋ ਜਾਂਦਾ ਹੈ, ਪ੍ਰਸੰਨਤਾ ਨਾਲ ਭਰ ਜਾਂਦਾ ਹੈ। ਤੁਸੀਂ ਇਹ ਘਟਨਾ ਕਈ ਵਾਰੀ ਸੁਣੀ ਹੈ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਸ਼ਬਦ ਚੱਲ ਰਿਹਾ। ਤੇ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਮਰਦਾਨਾ ਜੀ ਨਾਲ ਨੇ ਤੇ ਬਾਹਰ ਨਿਕਲੇ ਤੇ ਵੇਖਦੇ ਕੀ ਨੇ, ਖੇਤਾਂ ਵਿੱਚੋਂ ਲੰਘੇ ਤੇ ਅਨਾਜ ਫਸਲ ਉਤਰੀ ਸੀ, ਤੇ ਇੱਕ ਬੰਦਾ ਕਿਤੇ ਇੱਧਰ ਉੱਧਰ ਵੇਖਦਾ ਹੈ ਤੇ ਅੱਖ ਬਚਾ ਕੇ ਨਾ ਤੇ ਉੱਥੋਂ ਅਨਾਜ ਚੱਕਦਾ ਤੇ ਦੂਜੇ ਖੇਤ ਦੇ ਢੇਰ 'ਚ ਪਾ ਰਿਹਾ ਹੈ। ਮਰਦਾਨਾ ਜੀ ਕਹਿੰਦੇ ਵੇਖੋ ਜੀ ਚੋਰੀ ਕਰ ਰਿਹਾ। ਸੋਚਿਆ ਸ਼ਾਮ ਵੇਲੇ ਜਦ ਵਾਪਸ ਮੁੜੇ ਤੇ ਹੁਣ ਕੌਤਕ ਕੁਝ ਹੋਰ ਹੋ ਰਿਹਾ ਸੀ। ਹੁਣ ਖੇਡ ਇਹ ਵਰਤ ਰਹੀ ਸੀ ਕਿ ਹੁਣ ਦੂਜੇ ਖੇਤ ਵਾਲਾ ਜਿਹੜਾ ਸੀ ਉਹ ਦੂਜੇ ਢੇਰ ਤੋਂ ਚੁੱਕ ਕੇ ਇੱਧਰ ਪਾ ਰਿਹਾ ਸੀ। ਮਰਦਾਨਾ ਜੀ ਕਹਿੰਦੇ ਦੇਖੋ ਸਵੇਰੇ ਉਹ ਚੋਰੀ ਕਰ ਰਿਹਾ ਸੀ, ਹੁਣ ਇਹ ਕਰ ਰਿਹਾ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨਹੀਂ, ਖੇਡ ਕੁਝ ਹੋਰ ਹੈ, ਬੁਲਾ ਇਹਨੂੰ ਪੁੱਛੀਏ। ਜਦ ਪੁੱਛਿਆ, ਚਰਨਾਂ ਤੇ ਡਿੱਗਾ ਜਾਣੀ ਜਾਣ ਸਤਿਗੁਰੂ ਆਪ ਨੂੰ ਸਭ ਪਤਾ ਹੈ। ਉਹ ਖੇਤ ਜਿਹੜਾ ਹੈ ਨਾ ਉਹ ਮੇਰੇ ਵੱਡੇ ਭਰਾ ਦਾ ਹੈ, ਵੱਡੇ ਵੀਰ ਦਾ ਹੈ, ਤੇ ਜ਼ਮੀਨ ਤੇ ਬਰਾਬਰ ਵੰਡ ਹੋਈ ਹੈ, ਪੈਲੀ ਬਰਾਬਰ ਵੰਡੀ ਗਈ ਹੈ, ਫਸਲ ਵੀ ਬਰਾਬਰ ਉਤਰੀ ਹੈ, ਪਰ ਮੇਰੇ ਵੱਡੇ ਭਰਾ ਦੇ ਘਰ ਨਾ ਆਇਆ ਗਿਆ ਜ਼ਿਆਦਾ ਹੈ। ਉਹ ਸਭ ਨੂੰ ਸੰਭਾਲਦਾ ਉਹ ਹੈ, ਤੇ ਮੈਨੂੰ ਪਿਆਰ ਬੜਾ ਕਰਦਾ। ਜੇ ਮੈਂ ਸਾਹਮਣੇ ਤੋਂ ਦਿਆਂਗਾ ਲਵੇਗਾ ਨਹੀਂ, ਉਹ ਮੇਰਾ ਭਲਾ ਸੋਚਦਾ ਹੈ। ਤੇ ਚੁੱਪਚਾਪ ਮੈਂ ਉਹਦੀ ਮਦਦ ਕਰ ਰਿਹਾ ਕਿ ਮੈਂ ਤੇ ਕਿਸੇ ਤਰ੍ਹਾਂ ਵੀ ਕੰਮ ਚਲਾ ਲਾਂਗਾ, ਮੇਰੇ ਵੀਰ ਨੂੰ ਤੋਟ ਨਾ ਆਵੇ। ਕਹਿੰਦੇ ਉਹਨੂੰ ਬੁਲਾ। ਜਦ ਉਹਨੂੰ ਬੁਲਾਇਆ ਗਿਆ, ਤੂੰ ਦੱਸ ਭਾਈ। ਸਤਿਗੁਰੂ ਤੁਸੀਂ ਜਾਣੀ ਜਾਣ ਹੋ, ਮੈਂ ਵੱਡਾ ਭਰਾ, ਇਹ ਖੇਤ ਮੇਰਾ ਹੈ ਜਿੱਥੋਂ ਸਵੇਰੇ ਮੈਂ ਚੁੱਕ ਕੇ ਉਧਰ ਅਨਾਜ ਪਾ ਰਿਹਾ ਸੀ, ਕਿਉਂਕਿ ਮੇਰਾ ਛੋਟਾ ਭਰਾ ਜੋ ਇਹਦੇ ਬੱਚੇ ਜ਼ਿਆਦਾ ਨੇ, ਤੇ ਮੈਂ ਤੇ ਵੱਡਾ ਕਿਸੇ ਤਰ੍ਹਾਂ ਵੀ ਕੰਮ ਚਲਾ ਲਾਂਗਾ, ਇਹਨੂੰ ਥੋੜ ਨਾ ਆਵੇ, ਇਹਨੂੰ ਤੋਟ ਨਾ ਆਵੇ। ਸਾਹਮਣੇ ਤੋਂ ਦਿਆਂਗਾ, ਇਹ ਲਵੇਗਾ ਨਹੀਂ, ਮੇਰਾ ਭਲਾ ਸੋਚਦਾ, ਤੇ ਚੁੱਪਚਾਪ ਇਹਦੀ ਮਦਦ ਕਰ ਰਿਹਾ ਸੀ। ਜਦ ਭਰਾਵਾਂ ਦੇ ਵਿੱਚ ਇਹੋ ਜੀ ਸਾਂਝ ਆ ਜਾਵੇ ਨਾ, ਫਿਰ ਉਹਨਾਂ ਭਰਾਵਾਂ ਨੂੰ ਕਦੀ ਤੋਟ ਆ ਹੀ ਨਹੀਂ ਸਕਦੀ, ਉਹਨਾਂ ਨੂੰ ਕੋਈ ਤੋੜ ਹੀ ਨਹੀਂ ਸਕਦਾ। ਇਹ ਤੇ ਬਿਲਕੁਲ ਇਉਂ ਦੋ ਕਦਮ ਨੇ ਨਾ ਪੈਰ। ਇੱਕ ਕਹਿੰਦਾ ਹੈ ਕਿ ਵੀਰੇ ਮੈਂ ਤੇਰਾ ਭਾਰ ਸਾਰਾ ਚੁੱਕਦਾ, ਤੂੰ ਅੱਗੇ ਵੱਧ ਜਾ। ਉਹ ਅੱਗੇ ਵੱਧ ਜਾਂਦਾ ਹੈ, ਪਰ ਦੂਜੇ ਨੂੰ ਪਿੱਛੇ ਨਹੀਂ ਛੱਡਦਾ। ਕਹਿੰਦਾ ਤੂੰ ਮੇਰਾ ਭਾਰ ਚੁੱਕਿਆ ਸੀ ਨਾ, ਹੁਣ ਮੈਂ ਤੇਰਾ ਚੁੱਕਦਾ, ਤੂੰ ਅੱਗੇ ਵੱਧ। ਬਸ ਇਉਂ ਅਸੀਂ ਪ੍ਰਿਥੀ ਚੰਦ ਨਹੀਂ ਬਣਨਾ, ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਵਰਗਾ ਬਣਨਾ ਹੈ। ਅਸੀਂ ਹਮੇਸ਼ਾ ਭਲਾ ਸੋਚਣਾ ਹੈ, ਤੇ ਸਕੇ ਭਰਾਵਾਂ ਦਾ ਤੇ ਸੋਚਣਾ ਹੀ ਸੋਚਣਾ ਹੈ, ਗੁਰਸਿੱਖ ਭਰਾਵਾਂ ਦਾ ਵੀ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲੀ ਗੱਲ ਕਰਨੀ ਹੈ। ਤੇ ਸਾਹਿਬ ਅੱਜ ਕਹਿ ਰਹੇ ਨੇ ਕਿ ਮੈਨੂੰ ਤੇ ਇਤਨਾ ਕੁਝ ਮਿਲ ਜਾਣਾ ਸੀ, ਪਰ ਮੈਂ ਨਹੀਂ ਲਿਆ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਮੈਂ ਗੁਰੂ ਤੋਂ ਪੁੱਛ ਲਿਆ, ਸ਼ਬਦ ਗੁਰੂ ਨੇ ਮੈਨੂੰ ਸਮਝਾ ਦਿੱਤਾ ਏ ਕਿ ਵਾਹਿਗੁਰੂ ਤੋਂ ਬਿਨਾਂ ਕਿਸੇ ਵੀ ਥਾਂ ਤੇ ਕੋਈ ਸੁੱਖ ਨਹੀਂ ਹੈ। ਮੈਨੂੰ ਤੇ ਕਹਿ ਦਿੱਤਾ ਗਿਆ ਸੀ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਉ, ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਓ। ਐ ਨਾਨਕ ਤੈਨੂੰ ਇਹ ਕੁਝ ਦੇ ਦਿਆਂ? ਕਿਉਂਕਿ ਸਾਹਿਬ ਜੇ ਜਵਾਬ ਦੇ ਰਹੇ ਨੇ ਤੇ ਕਹਿ ਹੀ ਰਹੇ ਨੇ ਨਾ ਕਿ ਇਹ ਕੁਝ ਮਿਲ ਸਕਦਾ ਸੀ। ਪੂਰੀ ਧਰਤੀ ਹੀ ਜਿੱਥੇ ਰਹਿੰਦਾ ਹੀਰੇ ਨਾਲ ਜੜਦੇ ਆ। ਪਲੰਗ ਵਿੱਚ ਰਤਨ ਜੜੇ ਹੋਣ, ਉਹਦੇ ਉੱਤੇ ਸੁੰਦਰ ਮੋਹ ਲੈਣ ਵਾਲੀ ਅਤ ਸੁੰਦਰ ਇਸਤਰੀ ਬੈਠੀ ਹੋਵੇ, ਜੋ ਕਈ ਪਸਾਰੇ ਕਰਕੇ ਤੈਨੂੰ ਪ੍ਰਸੰਨ ਕਰੇ। ਸਾਹਿਬ ਕਹਿੰਦੇ ਮੈਨੂੰ ਨਹੀਂ ਚਾਹੀਦਾ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਡਿੱਗਦਿਆਂ ਦੇਰ ਨਹੀਂ ਲੱਗਦੀ। ਅਤ ਸੁੰਦਰ ਅੰਗਰੇਜ਼ ਲੜਕੀ ਵੇਖ ਕੇ ਪ੍ਰਿੰਸੀਪਲ ਗੰਗਾ ਸਿੰਘ ਜੀ ਡੋਲ ਗਏ ਸਨ ਇੰਗਲੈਂਡ ਦੇ ਵਿੱਚ। ਉਹਨੇ ਕਿਹਾ, ਗੰਗਾ ਸਿੰਘ ਤੇਰਾ ਸਰੂਪ ਮੈਨੂੰ ਬੜਾ ਸੋਹਣਾ ਲੱਗਦਾ, ਕਿਉਂਕਿ ਉਹ ਕਥਾ ਸੁਣਨ ਆਉਂਦੀ ਸੀ, ਲੈਕਚਰ ਸੁਣਨ ਆਉਂਦੀ ਸੀ। ਗੰਗਾ ਸਿੰਘ ਨੇ ਸੋਚਿਆ ਜੇ ਚਿਹਰੇ ਉੱਤੇ ਦਾੜਾ, ਸਿਰ ਉੱਤੇ ਦਸਤਾਰ, ਇਹਨੂੰ ਇੰਨਾ ਸੋਹਣਾ ਲੱਗਦਾ, ਤੇ ਜੇ ਕੇਸ ਕਤਲ ਕਰਵਾ ਲਾਂਗਾ ਹੋਰ ਜ਼ਿਆਦਾ ਸੋਹਣਾ ਲੱਗਾਂਗਾ। ਕੇਸ ਕਤਲ ਕਰਵਾ ਲਿਆ ਜਾ ਕੇ। ਉਹ ਜਦ ਮਿਲਣ ਆਈ, ਦਰਵਾਜ਼ਾ ਖੜਕਾਇਆ, ਅੰਦਰੋਂ ਗੰਗਾ ਸਿੰਘ ਨਿਕਲੇ। ਇਹਨੇ ਵੇਖਿਆ ਗੌਰ ਨਾਲ, ਪਛਾਣ ਤਾਂ ਲਿਆ,
ਪਰ ਕਹਿ ਦਿੱਤਾ ਮੈਂ ਗੰਗਾ ਸਿੰਘ ਨੂੰ ਮਿਲਣ ਆਈ ਹਾਂ, ਗੰਗਾ ਸਿੰਘ ਕਿੱਥੇ ਹੈ? ਉਹ ਕਹਿਣ ਲੱਗੇ ਮੈਂ ਹੀ ਤੇ ਹਾਂ ਗੰਗਾ ਸਿੰਘ। ਕਹਿੰਦੇ ਨਹੀਂ, ਤੂੰ ਗੰਗਾ ਸਿੰਘ ਨਹੀਂ ਹੋ ਸਕਦਾ, ਤੇਰੇ ਵਰਗੇ ਤੇ ਮੇਰੇ ਧਰਮ ਵਿੱਚ ਕਈ ਤੁਰੇ ਫਿਰਦੇ ਨੇ। ਮੈਨੂੰ ਤੇ ਉਹ ਸਰੂਪ ਚੰਗਾ ਲੱਗਦਾ ਸੀ ਜੋ ਮਾਲਕ ਵਾਹਿਗੁਰੂ ਜੀ ਨੇ ਤੈਨੂੰ ਨੈਚੁਰਲ ਉਹ ਬਿਊਟੀ, ਉਹ ਸੁੰਦਰਤਾ ਦਿੱਤੀ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਸੰਭਾਲਣ ਲਈ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸੁੰਦਰਤਾ ਵੇਖ ਕੇ ਲੋਕ ਮੋਹੇ ਜਾਂਦੇ ਨੇ, ਭੁੱਲ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਨੂੰ ਨਹੀਂ ਚਾਹੀਦਾ ਇਹ ਕੁਛ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਭਾਓ। ਕਹਿੰਦੇ ਰਿੱਧੀਆਂ ਸਿੱਧੀਆਂ ਵੀ ਮਿਲ ਸਕਦੀਆਂ ਸਨ। ਰਿੱਧੀਆਂ ਸਿੱਧੀਆਂ ਕੀ ਹੁੰਦੀਆਂ ਨੇ? ਕਹਿੰਦੇ ਨੇ ਕਿ ਹਵਾ ਦੇ ਵੇਗ ਤੋਂ ਵੀ ਤੇਜ਼ ਬੰਦਾ ਉੱਡ ਸਕਦਾ ਹੈ, ਕਹੀ ਕੋਹ ਦੀ ਦੂਰੀ ਤੇ ਕਹੀ ਗੱਲਾਂ ਨੂੰ ਸੁਣ ਸਕਦਾ ਹੈ, ਗੁਪਤ ਹੋ ਸਕਦਾ ਹੈ, ਪ੍ਰਗਟ ਹੋ ਸਕਦਾ ਹੈ। ਇਹੋ ਜਿਹੇ ਲੋਕਾਂ ਉੱਤੇ ਲੋਕ ਸ਼ਰਧਾ ਰੱਖਦੇ ਨੇ ਕਿ ਪੁੱਗੇ ਹੋਏ ਸਿੱਧ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਨੂੰ ਇਹ ਕੁਝ ਨਹੀਂ ਚਾਹੀਦਾ, ਮੈਨੂੰ ਲੋਕਾਂ ਦੀ ਸ਼ਰਧਾ ਨਹੀਂ ਚਾਹੀਦੀ, ਮੈਨੂੰ ਪ੍ਰਮਾਤਮਾ ਵਾਹਿਗੁਰੂ ਦਾ ਪਿਆਰ ਚਾਹੀਦਾ ਹੈ। ਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਤੇ ਕਹਿ ਦਿੱਤਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉ। ਮੈਂ ਸੁਲਤਾਨ ਬਣ ਸਕਦਾ ਸੀ, ਮੈਂ ਰਾਜਾ ਬਣ ਸਕਦਾ ਸੀ, ਤੇ ਫੌਜ ਤਾਕਤ ਪਾਵਰ ਹੁੰਦੀ ਮੇਰੇ ਕੋਲ, ਹੁਕਮ ਹਾਸਲ ਕਰੀ ਬੈਠਾ। ਲੋਕ ਰਾਖੈ ਭਾਉ, ਕਹਿੰਦੇ ਹੁਕਮ ਮੇਰਾ ਹਰ ਪਾਸੇ ਚੱਲਦਾ, ਪਰ ਸਾਹਿਬ ਕਹਿੰਦੇ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਬਾਉ। ਇਹ ਤੇ ਇੱਕ ਬੁਲਬੁਲੇ ਸਮਾਨ ਹੈ, ਇਹ ਤੇ ਇੱਕ ਹਵਾ ਵਾਂਗ ਹੈ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਮਤਾਂ ਕਿਤੇ ਮੈਂ ਦੁਨੀਆ ਦਾ ਰਾਜਾ ਬਣ ਕੇ ਤੈਨੂੰ ਨਾ ਭੁਲਾ ਦਿਆਂ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਭਗਤ ਵੱਡਾ ਰਾਜਾ ਜਨਕ ਹੈ, ਕਿਉਂ ਵੱਡਾ ਰਾਜਾ ਏ? ਗੁਰਮੁਖ ਮਾਇਆ ਵਿੱਚ ਉਦਾਸੀ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੋਵੇ, ਜੇ ਹੋਵੇ ਰਾਜਾ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ, ਜਿਨ੍ਹਾਂ ਨੇ ਕਦੀ ਵੀ ਨਹੀਂ ਇਸ ਗੱਲ ਨੂੰ ਭੁਲਾਇਆ, ਹਮੇਸ਼ਾ ਕਿਹਾ ਰਾਜ ਮੇਰਾ ਨਹੀਂ, ਰਾਜ ਗੁਰੂ ਦਾ ਹੈ। ਇੱਕ ਵਾਰੀ ਨਾ ਵਜ਼ੀਰ ਧਿਆਨ ਸਿੰਘ ਨੇ ਕਹਿ ਦਿੱਤਾ ਕਿ ਮਹਾਰਾਜਾ ਜੀ ਤੁਸੀਂ ਕਮਰ ਕੱਸਾ ਕਿਉਂ ਬੰਨ੍ਹਦੇ ਹੋ? ਇੱਕ ਨੌਕਰ ਤਾਂ ਬੰਨੇ ਗੱਲ ਬਣਦੀ ਹੈ, ਤੁਸੀਂ ਤੇ ਆਪ ਰਾਜਾ ਹੋ। ਤੇ ਸਾਹਮਣੇ ਤੋਂ ਮਹਾਰਾਜਾ ਨੇ ਪੁੱਛ ਲਿਆ, ਧਿਆਨ ਸਿੰਘ ਇਸ ਰਾਜ ਦੇ ਵਿੱਚ ਸਿੱਕਾ ਕਿਸ ਦੇ ਨਾਮ ਦਾ ਚੱਲਦਾ ਹੈ? ਕਹਿੰਦੇ ਸਿੱਕਾ ਤੇ ਗੁਰੂ ਦੇ ਨਾਮ ਦਾ ਚੱਲਦਾ ਹੈ। ਫਿਰ ਰਾਜ ਗੁਰੂ ਦਾ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਹੈ। ਮੈਂ ਤੇ ਇੱਕ ਸੇਵਾਦਾਰ ਹਾਂ, ਤੇ ਸੇਵਾਦਾਰ ਦਾ ਫਰਜ਼ ਹੈ ਕਮਰ ਕਸਾ ਬਨ ਕੇ ਤਿਆਰ ਬਰ ਤਿਆਰ ਰਵੇ। ਮਹਾਰਾਜਾ ਰਣਜੀਤ ਸਿੰਘ ਜਦ ਤੱਕ ਕਹਿੰਦੇ ਰਹੇ ਕਿ ਰਾਜ ਗੁਰੂ ਦਾ, ਰਾਜ ਗੁਰੂ ਦਾ, ਰਾਜ ਕਾਇਮ ਰਿਹਾ। ਪੂਰੀ ਇਸ ਦੇਸ਼ ਇੰਡੀਆ ਉੱਤੇ ਕਬਜ਼ਾ ਕਰ ਲਿਆ ਸੀ ਅੰਗਰੇਜ਼ਾਂ ਨੇ, ਪਰ ਪੰਜਾਬ ਵੱਲ ਨਹੀਂ ਵੱਧ ਸਕੇ ਸਨ। ਸੰਧੀ ਕਰਕੇ ਨੇੜੇ ਬੈਠਣਾ ਚਾਹੁੰਦੇ ਸਨ, ਪਰ ਜੋ ਮਹਾਰਾਜਾ ਰਣਜੀਤ ਸਿੰਘ ਗੁਜਰੇ, ਚਲਾਣਾ ਕੀਤਾ, ਸਰਦਾਰਾਂ ਨੇ ਕਿਹਾ, ਉਹ ਕਹਿੰਦਾ ਰਾਜ ਮੇਰਾ, ਉਹ ਕਹਿੰਦਾ ਰਾਜ ਮੇਰਾ, ਰਾਜ ਹੀ ਚਲਾ ਗਿਆ। ਜੇ ਕਹਿੰਦੇ ਗੁਰੂ ਦਾ ਰਾਜ, ਗੁਰੂ ਦਾ ਰਾਜ, ਫਿਰ ਕੋਈ ਝਗੜਾ ਹੀ ਨਹੀਂ ਸੀ, ਕੋਈ ਬਗਾਵਤ ਹੀ ਨਹੀਂ ਸੀ। ਹਮੇਸ਼ਾ ਕਹੋ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ लागै मेरा। जिसकी बस्त तिस आज्ञा राखै, तब की आज्ञा मानै माथे, उसते चौगन करे निहाल, नानक साहिब सदा दयाल। ਇਸ ਦੇਸ਼ ਦੇ ਹਰ ਇੱਕ ਪਿੰਡ, ਸ਼ਹਿਰ, ਮਹੱਲੇ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਵਹੀਰਾਂ ਕੱਤ ਕੇ ਗੁਰਦੁਆਰਾ ਸੀਸਗੰਜ ਸਾਹਿਬ ਆਓ। ਭਾਗਾਂ ਵਾਲੇ ਆ ਕਿ ਸਾਡੀ ਜ਼ਿੰਦਗੀ 'ਚ 400 ਸਾਲਾ ਸ਼ਤਾਬਦੀ ਆਈ ਹੈ। ਆ ਕੇ ਵੇਖੋ ਕਿੰਨਾ ਸੋਹਣਾ ਅਸਥਾਨ ਬਣਿਆ ਹੈ। ਐਜ ਏ ਹੈਡਗੰਥੀ ਬੇਨਤੀ ਹੈ
ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਣਾ ਅਸੀਂ ਦੇ ਨਹੀਂ ਸਕਦੇ। ਅੱਜ ਜੇ ਸਾਡੀ ਅਣਖ ਗੈਰਤ ਇਸ ਦੇਸ਼ ਦੀ ਪਛਾਣ ਬਚੀ ਹੋਈ ਹੈ, ਇਹਨੂੰ ਜੇ ਭਾਰਤ ਵਰਸ਼ ਜਾਂ ਹਿੰਦੁਸਤਾਨ ਕਿਹਾ ਜਾ ਰਿਹਾ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦੇ ਕਰਕੇ ਹੈ। ਤੇ ਆਓ ਆਪਣਾ ਸਿਜਦਾ ਅਕੀਦਾ ਭੇਟ ਕਰਕੇ ਝੋਲੀਆਂ ਭਰ ਕੇ ਜਾਓ। ਤੇਗ ਬਹਾਦਰ ਸਿਮਰੈ ਹਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਭ ਲਈ ਅਰਦਾਸ ਹੈ ਸ੍ਰੀ ਹਰਿ ਕ੍ਰਿਸ਼ਨ ਤਿਹਾਈ ਐ, ਜਿਸ ਡਿਠੇ ਸਭ ਦੁੱਖ ਜਾਏ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।